ਕੀ ਨਾਮ ਹੈ ਤੁਹਾਡਾ ਜੀ? ਮੈਂ ਜੀ ਪਰਮਿੰਦਰ ਸਿੰਘ ਪੰਨੂ, ਮੈਂ ਸਾਬਕਾ ਡਾਇਰੈਕਟਰ ਹਾਂ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਦਾ ਤੇ ਸਾਬਕਾ ਚੇਅਰਮੈਨ ਹਾਂ PADB ਬੈਂਕ ਦਾ। ਅੱਜ ਤੁਸੀਂ ਕੋਆਪਰੇਟਿਵ ਬੈਂਕ ਦੇ ਵਿੱਚ ਇੱਥੇ ਇਕੱਠੇ ਹੋਏ ਹੋ, ਕੀ ਕਾਰਨ ਹੈ ਜੀ? ਅੱਜ ਕੋਆਪਰੇਟਿਵ ਬੈਂਕ ਦਾ ਇਲੈਕਸ਼ਨ ਹੋ ਰਿਹਾ। ਕੱਲ੍ਹ ਤੱਕ ਪ੍ਰੋਕਸੀਆਂ ਜਮ੍ਹਾਂ ਹੋਣੀਆਂ ਸੀਗੀਆਂ, ਅੱਜ ਨੋਮੀਨੇਸ਼ਨ ਹੋਣੇ ਸੀਗੇ ਤੇ ਵੱਖ-ਵੱਖ ਜਿਹੜੀਆਂ ਜ਼ੋਨ ਆ 9 ਜ਼ੋਨਾਂ 'ਚ ਇਹ ਬੈਂਕ ਦਾ ਜਿਹੜਾ ਇਲੈਕਸ਼ਨ ਹੋਣਾ ਆ ਤੇ ਵੱਖ-ਵੱਖ ਜ਼ੋਨਾਂ 'ਚੋਂ ਸੁਸਾਇਟੀਆਂ ਦੇ ਨੁਮਾਇੰਦੇ ਜਿਹੜੇ ਉੱਥੇ ਆਏ ਹੋ ਆ ਤੇ ਮੁੱਖ ਦਫ਼ਤਰ ਦਾ ਐਡਰੈਸ ਦਿੱਤਾ ਸੀਗਾ ਕਿ ਬੈਂਕ ਦੇ ਮੁੱਖ ਦਫ਼ਤਰ ਵਿਖੇ ਜਿਹੜੇ ਆ ਨੋਮੀਨੇਸ਼ਨ 9:30 ਤੋਂ ਲੈ ਕੇ ਮਿਤੀ 18/8/2022 ਨੂੰ 1:30 ਵਜੇ ਤੱਕ ਲੈ ਜਾਣਗੇ। ਕੀ ਪੇਪਰ ਫਾਈਲ ਕਰਨੇ ਦਾ ਅੱਜ ਆਖਰੀ ਦਿਨ ਹੈ ਜਾਂ ਇਹੀ ਦਿਨ ਹੈ? ਅੱਜ ਦਾ ਆਖਰੀ ਦਿਨ ਆ ਜੀ 1:30 ਵਜੇ ਤੱਕ। ਤੇ ਹਾਲੇ ਤੱਕ ਰਿਟਰਨਿੰਗ ਅਫਸਰ ਕੋਈ ਆ ਗਿਆ ਨਹੀਂ ਜੀ? ਨਹੀਂ, ਬਿਲਕੁਲ ਜੀ, ਅਸੀਂ ਸਾਰੀ ਬਿਲਡਿੰਗ ਸਰਚ ਕਰ ਮਾਰੀ ਆ, ਸਾਰੇ ਸੱਜਣ ਇੱਥੇ ਬੈਠੇ ਆ ਨੁਮਾਇੰਦੇ, ਕਿਤੇ ਵੀ ਸਾਨੂੰ ਰਿਟਰਨਿੰਗ ਅਫਸਰ, ਅਸਿਸਟੈਂਟ ਰਿਟਰਨਿੰਗ ਅਫਸਰ, ਨਾ ਉਹਨਾਂ ਦਾ ਸਟਾਫ, ਨਾ ਸਾਨੂੰ ਬੈਂਕ ਵੱਲੋਂ ਕੋਈ ਦੱਸਿਆ ਜਾ ਰਿਹਾ ਕਿ ਕਿੱਥੇ ਆਏ ਆ ਕਿੱਥੇ ਗਏ ਆ। ਔਰ ਸਾਨੂੰ ਪੱਕਾ ਯਕੀਨ ਆ ਕਿ ਸਰਕਾਰੀ ਧਿਰ ਨੇ ਜਿਹੜਾ ਆ ਉਹਨਾਂ ਨੂੰ ਕਿਤੇ ਲਾਂਭੇ ਸੱਦ ਕੇ ਆਪਣੇ ਜਿਹੜੇ ਬੰਦੇ ਹੈਗੇ ਆ 9 ਦੇ 9 ਜ਼ੋਨਾਂ 'ਚੋਂ ਉਹਨਾਂ ਦੇ ਨੋਮੀਨੇਸ਼ਨ ਪੇਪਰ ਦਿੱਤੇ ਜਾਣਗੇ ਔਰ 1:30 ਵਜੇ ਆ ਕੇ ਇੱਥੇ ਲਿਸਟ ਲਾਤੀ ਜਾਊਗੀ ਕਿ ਇਹ ਜਿਹੜੇ ਆ ਅਨਅਪੋਜ਼ਡ ਇਲੈਕਟਡ ਆ ਤੇ ਹੋਰ ਕੋਈ ਜਿਹੜਾ ਕਾਗਜ਼ ਜਮ੍ਹਾਂ ਕਰਾਉਣੇ ਨਹੀਂ ਆਇਆ। ਬਿਲਕੁਲ ਜੀ, ਜੇ ਤੁਸੀਂ ਫਾਈਲ ਨਹੀਂ ਕਰੋਗੇ ਕਾਗਜ਼ ਤਾਂ ਇੱਕ ਤਰਫਾ ਹੀ ਮੁਕਾਬਲਾ ਹੋ ਜਾਏਗਾ। ਠੀਕ ਹੈ ਜੀ। ਤੇ ਅਸੀਂ ਇਹ ਗੱਲ ਸਮਝ ਕਿ ਫਾਈਲ ਕਰਨ ਦਾ ਇਹੀ ਸਥਾਨ ਸੀਗਾ, ਇਹੀ ਜਗ੍ਹਾ ਬੈਂਕ ਦਾ ਮੁੱਖ ਦਫ਼ਤਰ। ਅਸੀਂ ਸਾਰਾ ਮੁੱਖ ਦਫ਼ਤਰ 4 ਮੰਜ਼ਿਲਾਂ ਇਹਦੀਆਂ ਸਰਚ ਕੀਤੀਆਂ, 4 ਮੰਜ਼ਿਲਾਂ 'ਚ ਸਾਨੂੰ ਕਿਤੇ ਨਹੀਂ ਮਿਲੇ। ਦੂਜੀ ਸਾਈਡ ਆ DR ਆਫਿਸ ਆ, PADB ਬੈਂਕ ਆ, ਉਹ ਸਾਈਡ ਸਾਰੀ ਸਰਚ ਕੀਤੀ ਆ ਵੀ ਸ਼ਾਇਦ DR ਆਫਿਸ 'ਚ ਨਾ ਬੈਠੇ ਹੁਣ, ਕਿਤੇ ਨਹੀਂ ਮਿਲੇ ਸਾਨੂੰ। ਕਿਸੇ ਅਧਿਕਾਰੀ ਨਾਲ ਤੁਹਾਡੀ ਹਾਲੇ ਤੱਕ ਗੱਲ ਹੋਈ ਹੈ? ਹੋਈ ਆ ਜੀ, RCS ਸਾਹਿਬ ਨਾਲ ਹੋਈ ਆ। ਕੀ ਨਾਮ ਸੀ ਉਹਨਾਂ ਦਾ? RCS ਸਾਹਿਬ ਦਾ ਮੈਨੂੰ ਨਾਂ ਨਹੀਂ ਯਾਦ ਪ੍ਰੋਪਰ, ਰਜਿਸਟਰਾਰ ਕੋਆਪਰੇਟਿਵ ਸੁਸਾਇਟੀਜ਼ ਚੰਡੀਗੜ੍ਹ ਆ, ਸੀਨੀਅਰ IAS ਅਫਸਰ ਆ। ਉਹਨਾਂ ਨਾਲ ਗੱਲ ਹੋਈ ਆ ਸਾਡੇ ਇੱਕ ਨੁਮਾਇੰਦੇ ਦੀ। ਉਹਨਾਂ ਨੂੰ ਇੱਥੋਂ ਜਿਹੜਾ ਆ ਮੈਸੇਜ ਇਹ ਦਿੱਤਾ ਜਾ ਰਿਹਾ ਕਿ ਅਸੀਂ ਸਟਾਫ ਸਾਡਾ ਜਿਹੜਾ ਪੋਲਿੰਗ ਵਾਲਾ ਉਹ ਬੈਠਾ ਆ ਤੇ ਸਾਡੇ ਕੋਲ ਕੋਈ ਨਾਮਜ਼ਦਗੀ ਪੇਪਰ ਦਰਜ ਕਰਨੇ ਆਇਆ। ਤੇ ਤੁਹਾਨੂੰ ਕਿੰਨੀ ਦੇਰ ਹੋ ਗਈ ਇੱਥੇ ਬੈਠੇ? ਕੀਤਾ ਗਿਆ। ਹਾਂਜੀ, ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਬੈਠੇ? ਅਸੀਂ ਇੱਥੇ 9 ਵਜੇ ਦੇ ਆਏ ਹਾਂ, 9:30 ਵਜੇ ਦੇ ਅਸੀਂ ਇੱਥੇ ਹਾਲ 'ਚ ਪਹੁੰਚ ਗਏ ਤੇ ਹਾਲੇ ਤੱਕ ਕੋਈ ਵੀ ਨਹੀਂ, ਕੋਈ ਨਹੀਂ ਆਇਆ। ਇਹ ਗੱਲ ਅਸੀਂ ਸਾਫ਼ ਸ਼ਬਦਾਂ ਵਿੱਚ ਸਮਝ ਸਕਦੇ ਹਾਂ ਕਿ ਰਿਟਰਨਿੰਗ ਦਾ ਜੋ ਪੇਪਰ ਫਾਈਲ ਕਰਨੇ ਸੀ ਇਹਨਾਂ ਨੂੰ ਕੋਆਪਰੇਟਿਵ ਸੁਸਾਇਟੀ ਦੇ ਇਲੈਕਸ਼ਨ ਦਾ, ਉਹਦਾ ਅੱਜ ਦਾ ਦਿਨ ਸੀਗਾ ਤੇ ਹਾਲੇ ਤੱਕ ਕੋਈ ਵੀ ਰਿਟਰਨਿੰਗ ਅਫਸਰ ਇੱਥੇ ਪਹੁੰਚਾ ਨਹੀਂ ਹੈ। ਸਾਡੇ ਨਾਲ ਐਡਵੋਕੇਟ ਸਾਹਿਬ ਵੀ ਨੇ ਜ਼ਿਆਦਾ ਜਾਣਕਾਰੀ ਦੇ ਸਕਦੇ। ਸਰ, ਕੀ ਹੈ ਪ੍ਰੋਸੈਸ ਸਾਰਾ ਇਲੈਕਸ਼ਨ ਦਾ? ਪ੍ਰੋਸੈਸ ਇਹ ਹੈ ਜੀ ਕਿ ਅੱਜ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਰੀਕ ਹੈ ਤੇ 18 ਤਰੀਕ ਨੂੰ ਅੱਜ ਨੋਮੀਨੇਸ਼ਨਸ ਦੇ ਪੇਪਰ ਫਾਈਲ ਹੋਣੇ ਆ। ਪਹਿਲੀ ਗੱਲ ਤਾਂ ਜਿਵੇਂ ਤੁਹਾਨੂੰ ਪਤਾ ਪ੍ਰੈਸ ਨੂੰ ਵੀ ਬਾਹਰ ਰੋਕ ਲਿਆ ਸੀਗਾ, ਆਉਣ ਅੰਦਰ ਦਿੱਤਾ ਹੀ ਨਹੀਂ, ਉਹ ਕਿਸੇ ਨੂੰ ਵੀ ਅੰਦਰ ਵੜਨ ਹੀ ਨਹੀਂ ਦੇ ਰਹੇ। ਅੱਧੇ ਘੰਟੇ ਦੀ ਬਹਿਸਬਾਜ਼ੀ ਤੋਂ ਬਾਅਦ ਮੈਂ ਪਿਆਰ ਨਾਲ ਉਹਨਾਂ ਨੂੰ ਸਮਝਾ ਕੇ ਆਇਆ। ਇਹਨਾਂ ਦੇ ਇੱਕ ਮੈਨੇਜਰ ਹੈਗੇ ਨੇ, ਉਹ ਇਸ ਵੇਲੇ ਲੜਾਈ ਦੇ ਮੂਡ 'ਚ ਹੈ। ਮੈਂ ਜੀ ਕਹਿੰਦੇ ਵੀ ਪਰਚਾ ਦੇ ਦਿਆਂਗੇ, ਅਸੀਂ ਆਹ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ, ਤੁਸੀਂ ਸਾਡੇ ਅੰਦਰ ਆ ਕੇ ਤੰਗ ਕਰ ਰਹੇ ਆ। ਜਦ ਕਿ ਸਾਡੇ ਬੰਦੇ ਸ਼ਾਂਤੀਪੂਰਵਕ ਮਾਹੌਲ ਦੇ ਵਿੱਚ ਉੱਤੇ ਚੜ੍ਹ ਕੇ ਆ ਕੇ ਮੀਟਿੰਗ ਹਾਲ ਦੇ ਵਿੱਚ ਬੈਠੇ ਹੋਏ ਆ, RO ਸਾਹਿਬ ਦੀ ਉਡੀਕ ਕਰ ਰਹੇ ਆ ਕਿ ਕਦੋਂ ਹੋਣਗੇ ਤੇ ਕਦੋਂ ਅਸੀਂ ਆਪਣੇ ਦਾਖਲ ਕਰੀਏ। ਇਸ ਵੇਲੇ ਪ੍ਰੋਬਲਮ ਇਹ ਹੋ ਚੁੱਕੀ, ਮੌਜੂਦਾ ਸਥਿਤੀ ਇਹ ਆ ਕਿ ਨਾ ਤਾਂ ਇੱਥੇ ਕੋਈ ਅਫਸਰ ਆ ਰਿਹਾ, ਨਾ ਸਾਨੂੰ ਦੱਸਿਆ ਜਾ ਰਿਹਾ ਵੀ ਅਸੀਂ ਜਾਈਏ ਕਿੱਥੇ, ਜਿਨ੍ਹਾਂ ਨੇ ਨਾਮਜ਼ਦਗੀਆਂ ਦਾਖਲ ਕਰਨੀਆਂ ਨੇ। ਉਹਦੇ ਮੱਦੇ ਨਜ਼ਰ ਹੀ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ। ਮੈਂ ਪ੍ਰੈਸ ਨੂੰ ਇਮੀਡੀਏਟਲੀ ਇਸੇ ਕਰਕੇ ਫੋਨ ਕੀਤਾ ਸੀਗਾ ਕਿ ਤੁਸੀਂ ਆਓ, ਤੁਸੀਂ ਸਾਡਾ ਚੌਥਾ ਪਿਲਰ ਹੋ ਤੇ ਤੁਸੀਂ ਇਸ ਕਰਕੇ ਫ੍ਰੀ ਐਂਡ ਫੇਅਰ ਇਲੈਕਸ਼ਨ ਦਾ ਤੁਸੀਂ ਸਥਿਤੀ ਦਿਖਾ ਲਓ। ਇਸ ਵੇਲੇ ਸਰਕਾਰ ਦੇ ਮੌਜੂਦਾ ਹਾਲਾਤ ਕੀ ਹੈ, ਬੈਂਕ ਦੇ ਮੌਜੂਦਾ ਹਾਲਾਤ ਕੀ ਆ, ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਜਿਹੜੀ ਆ ਉਹ ਕਿੰਨੇ ਵਧੀਆ ਤਰੀਕੇ ਨਾਲ ਹੋ ਰਹੀ ਹੈ ਕਿ ਰਿਟਰਨਿੰਗ ਅਫਸਰ ਹੀ ਮੌਜੂਦ ਨਹੀਂ ਹੈਗਾ। ਇਨ ਕੇਸ ਰਿਟਰਨਿੰਗ ਅਫਸਰ ਇੱਥੇ ਮੌਕੇ ਤੇ ਨਹੀਂ ਆਉਂਦੇ ਤੇ ਉਸ ਤੋਂ ਬਾਅਦ ਦਾ ਜੋ ਪ੍ਰੋਸੈਸ ਕੀ ਹੋਏਗਾ ਉਸ ਤੋਂ ਬਾਅਦ? ਦੇਖੋ ਜੀ, ਵੈਸੇ ਤਾਂ ਸਵੇਰ ਦੀ ਜੇ 9:30 ਵਜੇ ਰਿਟਰਨਿੰਗ ਅਫਸਰ ਨਹੀਂ ਆਉਂਦੇ ਤੇ 15 ਜਾਂ 20 ਮਿੰਟ, ਅੱਧੇ ਘੰਟੇ ਦੇ ਵਿੱਚ ਵਿੱਚ ਇਹਨਾਂ ਨੂੰ ਅੱਗੇ ਦੀ ਜਿਹੜੀ ਵੀ ਸਥਿਤੀ ਕਿੱਦਾਂ ਉਹਨੂੰ ਕੰਟਰੋਲ ਕਰਨਾ ਜਾਂ ਉਹਦੇ ਵਿੱਚ ਕੀ ਕੁਝ ਅੱਗੇ ਕਰਨਾ ਹੈ, ਨਵਾਂ RO ਲਗਾਉਣਾ ਜਾਂ ਨਹੀਂ ਲਾਉਣਾ, ਅੱਜ ਦੀ ਇਲੈਕਸ਼ਨ ਪੋਸਟਪੋਨ ਕਰਨੀ ਹੈ, ਕੈਂਸਲ ਕਰਨੀ ਹੈ, ਸਾਨੂੰ ਤਾਂ ਹਾਲੇ ਤੱਕ ਇਹਨਾਂ ਨੇ ਕੋਈ ਇਨਫੋਰਮੇਸ਼ਨ ਦਿੱਤੀ ਨਹੀਂ ਔਰ ਨਾ ਹੀ ਸਾਨੂੰ ਕੁਝ ਦੱਸ ਰਹੇ ਨੇ। ਸਾਨੂੰ ਤਾਂ ਇੱਥੇ ਬਿਠਾਇਆ ਹੋਇਆ, ਸਵੇਰ ਦੇ ਪੱਖੇ ਬੰਦ ਹੈ, AC ਵੀ ਹੁਣ ਚਲਵਾਏ ਆ 15-20 ਮਿੰਟ ਪਹਿਲਾਂ, ਸਵੇਰ ਦਾ ਕੁਝ ਵੀ ਸਾਨੂੰ ਮੁਹੱਈਆ ਵੀ ਨਹੀਂ ਕਰਵਾਇਆ ਜਾ ਰਿਹਾ, ਪਾਣੀ ਤੱਕ ਨਹੀਂ ਪਿਲਾਉਣਾ ਹੈ। ਤੇ ਜੇ ਇਹ ਫਾਈਲ ਨਹੀਂ ਹੁੰਦੇ ਅੱਜ ਪੇਪਰ ਤੇ ਆਟੋਮੈਟਿਕਲੀ ਜਿਹੜਾ ਦੇ ਫਾਈਲ ਨਹੀਂ ਉਹ ਡਿਸਕੁਆਲੀਫਾਈ ਹੋ ਜਾਣਗੇ। ਕਰ ਡਿਸਕੁਆਲੀਫਿਕੇਸ਼ਨ ਤਾਂ ਹੋਊਗੀ ਜੀ ਜੇ ਕੋਈ ਜਮ੍ਹਾਂ ਕਰਵਾਊਗਾ। ਇਸ ਵੇਲੇ ਕੋਈ ਕਾਗਜ਼ ਜਮ੍ਹਾਂ ਹੀ ਨਹੀਂ ਕਰਵਾਊਗਾ। ਸਾਨੂੰ ਇਸ ਗੱਲ ਦਾ ਸ਼ੱਕ ਜ਼ਰੂਰ ਹੈ ਕਿ ਬਾਹਰੋਂ ਬਾਹਰ ਕੁਝ ਜਿਹੜੇ ਸ਼ਰਾਰਤੀ ਅਨਸਰ ਸਰਕਾਰ ਦੇ ਨਾਲ ਰਲੇ ਹੋਏ ਨੇ, ਉਹ ਇਸ ਵੇਲੇ ਜਿਹੜਾ ਆ ਉਹਨਾਂ ਦੇ ਨਾਲ ਰਲ ਕੇ ਬਾਹਰੋਂ ਬਾਹਰ ਨਾਮਜ਼ਦਗੀਆਂ ਭਰ ਰਹੇ ਨੇ। ਕੀ ਇਹ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਹੈਗਾ ਕਿ ਬਾਹਰ ਬੈਠ ਕੇ ਆਪਾਂ ਕਰ ਸਕਦੇ? ਟੋਟਲੀ ਅਨਕਨਸਟੀਟਿਊਸ਼ਨਲ ਐਜ਼ ਪਰ ਦ ਕਨਸਟੀਟਿਊਸ਼ਨ ਆਫ ਇੰਡੀਆ। ਇਲੈਕਸ਼ਨ ਸ਼ੁੱਡ ਬੀ ਆਲਵੇਜ਼ ਫ੍ਰੀ ਐਂਡ ਫੇਅਰ। ਜਦ ਕਿ ਤੁਸੀਂ ਮੋਹਰਲੀ ਧਿਰ ਨੂੰ ਖੜੇ ਹੋਣ ਦਾ ਮੌਕਾ ਹੀ ਨਹੀਂ ਦਿਓਗੇ ਤੇ ਉਹ ਤੁਸੀਂ ਫ੍ਰੀ ਐਂਡ ਫੇਅਰ ਇਲੈਕਸ਼ਨ ਜਿਹੜੀ ਉਹ ਕਿਵੇਂ ਕਰਵਾ ਸਕਦੇ? ਨਹੀਂ, ਜੇ ਮੰਨ ਲਓ ਰਿਟਰਨਿੰਗ ਅਫਸਰ ਦੇ ਬੈਠਣ ਦੀ ਜਗ੍ਹਾ ਇਹ ਸੀਗੀ, ਜੇ ਰਿਟਰਨਿੰਗ ਬੈਠੇ ਦੀ ਅਫਸਰ ਦੀ ਬੈਠਣ ਦੀ ਇਹੀ ਜਗ੍ਹਾ ਸੀਗੀ, ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਗਈ ਸੀ? ਬਿਲਕੁਲ ਜੀ, ਇਹੀ ਜਗ੍ਹਾ ਸੀਗੀ। ਉਹ ਆਪਣੀ ਜਗ੍ਹਾ ਬਦਲ ਮੈਂ ਦੱਸਦਾ ਜੀ, ਮੈਂ ਕੋਆਪਰੇਟਿਵ ਬੈਂਕ ਥੱਲੇ ਤੋਂ ਲੈ ਕੇ ਉੱਤੇ ਤੱਕ ਕੋਠੇ ਦੇ ਟੈਂਕੀਆਂ ਤੱਕ ਵੀ ਮੈਂ ਘੁੰਮ ਕੇ ਦੇਖਿਆ ਆ।
ਵੀ ਕਿਤੇ ਟੈਂਕੀ ਦੇ ਪਿੱਛੇ ਨਾ ਸ਼ਾਇਦ ਲੁਕੇ ਬੈਠੇ ਹੋਣ ਇਲੈਕਸ਼ਨ ਤੋਂ ਡਰਦੇ ਹੋਏ, ਪਰ ਉੱਥੇ ਟੈਂਕੀਆਂ ਦੇ ਪਿੱਛੇ ਵੀ ਨਹੀਂ ਸੀ, ਕੱਲਾ ਕਮਰਾ, ਬਾਥਰੂਮ, ਸ਼ਿੰਕਾਂ ਦੇ ਥੱਲੇ ਤੱਕ ਮੈਂ ਖੋਲ ਕੇ ਦੇਖਿਆ ਜੀ। ਮੈਨੂੰ ਕਿਤੇ ਵੀ ਰਿਟਰਨਿੰਗ ਅਫਸਰ ਸਾਹਿਬ ਲੱਭੇ ਨਹੀਂ, ਔਰ ਮੈਨੂੰ ਇਕੱਲੇ ਨੂੰ ਨਹੀਂ ਜੀ, ਸਾਡੇ ਨਾਲ ਦੇ ਸਾਰੇ ਜਿੰਨੇ ਵੀ ਬੰਦੇ ਇੱਥੇ ਨਾਮਜ਼ਦਗੀਆਂ ਭਰਨ ਆਏ ਨੇ ਕਿਸੇ ਨੂੰ ਵੀ ਨਹੀਂ ਲੱਭੇ। ਤੇ ਅੱਜ ਦਾ ਦਿਨ ਤਾਂ ਫਿਰ ਇਸੇ ਤਰ੍ਹਾਂ ਬੀਤ ਜਾਊਗਾ, ਨਾਮਜ਼ਦਗੀਆਂ ਦਾਖਲ ਨਹੀਂ ਹੋਣਗੀਆਂ? 1 ਵਜੇ ਤੱਕ ਨਾਮਜ਼ਦਗੀਆਂ ਦਾਖਲ ਹੋਣੀਆਂ ਜੀ। ਜੇਕਰ 1 ਵਜੇ ਤੱਕ ਰਿਟਰਨਿੰਗ ਅਫਸਰ ਵੈਸੇ ਤਾਂ ਬੈਠੇ ਹੀ ਨਹੀਂ, 1 ਵਜੇ ਤੱਕ ਆਉਣ ਦਾ ਹੁਣ ਮਤਲਬ ਹੀ ਨਹੀਂ ਬਣਦਾ। 12 ਤਾਂ ਸਾਨੂੰ 11:30 ਤਾਂ ਮੇਰੇ ਖਿਆਲ ਨਾਲ ਵੱਜੇ ਗਏ ਇੱਥੇ ਹੀ। ਤੇ ਇਸ ਹਿਸਾਬ ਦੇ ਨਾਲ ਮੇਰੇ ਹਿਸਾਬ ਨਾਲ ਤਾਂ ਜੀ ਇਹ ਇਲੈਕਸ਼ਨ ਵੈਸੇ ਤਾਂ ਰੱਦ ਹੀ ਕਰ ਦੇਣੀ ਚਾਹੀਦੀ ਹੈ ਸਰਕਾਰ ਨੂੰ ਹੀ। ਤੇ ਜੇ ਇਨ ਕੇਸ ਇਹ ਨਾਮਜ਼ਦਗੀਆਂ ਨਹੀਂ ਹੁੰਦੀਆਂ ਤੇ ਕਾਨੂੰਨੀ ਪ੍ਰੋਸੈਸ ਦੇ ਵਿੱਚ ਫਿਰ ਕੀ ਹੁੰਦਾ ਜੀ? ਦੇਖੋ ਜੀ, ਇਹਦੇ ਵਿੱਚ ਇਹ ਹੈ ਕਿ ਇੱਕ ਨਵੀਂ ਜਿਹੜੀ ਸਰਕਾਰ ਵੱਲੋਂ ਜਾਂ ਬੈਂਕ ਵੱਲੋਂ ਜਾਂ ਜੋ ਵੀ ਐਡਮਿਨਿਸਟ੍ਰੇਸ਼ਨ ਹੈਗਾ ਉਹਨਾਂ ਵੱਲੋਂ ਇੱਕ ਨਵਾਂ ਜਿਹੜਾ ਆ ਅਖਬਾਰ ਦੇ ਵਿੱਚ ਇਸ਼ਤਿਹਾਰ ਦਿੱਤਾ ਜਾਊਗਾ ਕਿ ਨਵੀਆਂ ਜਿਹੜੀਆਂ ਤਰੀਕਾਂ ਅਪਡੇਟਡ ਹੈਗੀਆਂ ਉਹ ਇਹ ਨੇ, ਉਹਨਾਂ ਦੇ ਆਧਾਰ ਦੇ ਉੱਤੇ ਫਿਰ ਨਾਮਜ਼ਦਗੀਆਂ ਦੁਆਰਾ ਭਰੀਆਂ ਜਾਣਗੀਆਂ। ਜੀ ਧੰਨਵਾਦ ਜੀ। ਇੱਥੇ ਜਿੰਨੇ ਵੀ ਹਾਲ ਦੇ ਵਿੱਚ ਬੈਠੇ ਨੇ ਨਾਮਜ਼ਦਗੀਆਂ ਦਾਖਲ ਕਰਨ ਆਏ ਦੂਰੋਂ 9 ਹਲਕਿਆਂ ਦੇ ਉਮੀਦਵਾਰ ਨੇ ਜਿਨ੍ਹਾਂ ਨੇ ਆਪਣੀਆਂ ਨਾਮਜ਼ਦਗੀਆਂ ਇੱਥੇ ਦਾਖਲ ਕਰਨੀਆਂ ਸੀ, ਪਰ ਸਾਰਿਆਂ ਵੱਲੋਂ ਇਹੀ ਆਰੋਪ ਲਗਾਇਆ ਜਾ ਰਿਹਾ ਹੈ ਕਿ ਹਾਲੇ ਤੱਕ ਰਿਟਰਨਿੰਗ ਅਫਸਰ ਇੱਥੇ ਮੌਕੇ ਤੇ ਨਹੀਂ ਆਏ, ਕਿ ਉਹਨਾਂ ਦੇ ਪੇਪਰ ਫਾਈਲ ਨਹੀਂ ਹੋਏ। ਤੇ ਸਿੱਧੇ ਪੱਖ ਤੌਰ ਤੇ ਇਹੀ ਕਹਿਣਾ ਹੋਏਗਾ ਜੇ ਇਹਨਾਂ ਦੀਆਂ ਨਾਮਜ਼ਦਗੀਆਂ ਦਰਜ ਨਹੀਂ ਹੁੰਦੀਆਂ ਤੇ ਇਲੈਕਸ਼ਨ ਇੱਕ ਤਰਫਾ ਹੀ ਹੋ ਜਾਏਗਾ। ਹੁਣ ਦੇਖਣਾ ਇਹ ਹੋਏਗਾ ਕਿ ਸਰਕਾਰ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖ ਰਹੀ ਹੈ, ਜਾਂ ਕੋਆਪਰੇਟਿਵ ਬੈਂਕ ਦੇ ਜੋ ਮੁਲਾਜ਼ਮ ਨੇ, ਅਧਿਕਾਰੀ ਨੇ, ਆਲਾ ਅਧਿਕਾਰੀ ਨੇ, ਉਹ ਇਸ ਸਥਿਤੀ ਨੂੰ ਕਿਸ ਤਰ੍ਹਾਂ ਲੈਂਦੇ ਨੇ ਕਿ ਕੀ ਇਹ ਇਲੈਕਸ਼ਨ ਇਸੇ ਤਰ੍ਹਾਂ ਇੱਕ ਤਰਫਾ ਚੱਲੇਗਾ ਜਾਂ ਫਿਰ ਇਹਨੂੰ ਅੱਗੇ ਪੋਸਟਪੋਨ ਕੀਤਾ ਜਾਵੇਗਾ ਜਾਂ ਅਗਲੀਆਂ ਤਰੀਕਾਂ ਦੇ ਵਿੱਚ ਇਹਦੀ ਨਾਮਜ਼ਦਗੀ ਦੁਬਾਰਾ ਹੋਏਗੀ। ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਕੋਆਪਰੇਟਿਵ ਮਹਿਕਮਾ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਰਿਟਰਨਿੰਗ ਅਫਸਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ। ਸਾਨੂੰ ਕਾਗਜ਼ ਦਾਖਲ ਕਰਨ ਤੋਂ ਅੱਜ ਰੋਕ ਰਹੇ ਹੋ, ਤੇ ਜਿਹੜੇ ਕਾਗਜ਼ ਸਾਡੇ ਨਹੀਂ ਦਾਖਲ ਹੁੰਦੇ ਕੋਈ ਗੱਲ ਨਹੀਂ, ਸਾਡਾ ਨਹੀਂ ਨੁਕਸਾਨ ਹੋਊਗਾ। ਸਾਡੀ ਲੜਾਈ ਆ ਤੁਹਾਡੀ ਬੈਂਕ ਨੂੰ ਬਚਾਉਣ ਦੀ, ਤੁਹਾਡੀਆਂ ਜੌਬਸ ਬਚਾਉਣ ਦੀ, ਤੁਹਾਨੂੰ ਇਸ ਗੱਲ ਤੋਂ ਰੋਕਣ ਦੀ ਕਿ ਤੁਹਾਡਾ ਨੁਕਸਾਨ ਨਾ ਹੋ ਜਾਏ। ਜੇ ਅਸੀਂ ਨਾ ਰਹੇ ਤੇ ਇਸ ਅਦਾਰੇ ਨੂੰ ਕਿਸੇ ਨੇ ਨਹੀਂ ਪੁੱਛਣਾ। ਉਹੀ ਮੁਕਤਸਰ, ਉਹੀ ਮਲੋਟ, ਜਿਹੜੀਆਂ ਟੁੱਟੀਆਂ ਬੈਂਕਾਂ, ਮਰੀਆਂ ਬੈਂਕਾਂ, ਉਹਨਾਂ ਨਾਲ ਤੁਸੀਂ ਰਲ ਜਾਣਾ। ਤੁਹਾਡੀ ਮਰਜ਼ੀ ਆ, ਬੇਸ਼ੱਕ ਆਪਣੇ ਮੋਢੇ ਤੇ ਰੱਖ ਕੇ ਅੱਜ ਸਾਨੂੰ ਕਾਗਜ਼ ਨਾ ਦਾਖਲ ਕਰਨ ਦਿਓ। ਜੇ ਤੁਸੀਂ ਚਾਹੁੰਦੇ ਹੋ ਬੈਂਕ ਨੂੰ ਬਣਾਉਣਾ, ਬਚਾਉਣਾ, ਤੇ ਸਾਨੂੰ ਕਰ ਲੈਣ ਦਿਓ, ਨਹੀਂ ਤੁਹਾਡੀ ਮਰਜ਼ੀ ਆ, ਕੋਈ ਗੱਲ ਨਹੀਂ। ਹਾਈ ਕੋਰਟ ਗਏ ਆ, ਜਿੰਨੀ ਲੜਾਈ ਹਾਈ ਕੋਰਟ ਦੇ ਵਿੱਚ ਮੈਂ ਲੜੀ ਆ, ਜੇ ਕਿਸੇ ਹੋਰ ਬੰਦੇ ਨੇ ਪੰਜਾਬ 'ਚ ਲੜੀ ਆ ਤਾਂ ਦੱਸ ਦਿਓ। ਅੱਜ ਵੀ ਹਾਈ ਕੋਰਟ ਦੇ ਵਿੱਚ ਆਪਣਾ ਕੇਸ ਆ। ਕੱਲ ਵੀ ਜੱਜ ਸਾਹਿਬ ਨੇ ਇਹ ਆਰਡਰ ਕੀਤੇ ਆ ਵੀ ਅਮਲਗਾਮੇਸ਼ਨ ਦਾ ਆਰਡਰ ਵਾਪਸ ਲਓ। ਅੱਜ ਵੀ 2 ਵਜੇ ਤੱਕ ਤਰੀਕ ਆ, ਹੋ ਸਕਦਾ ਅਸੀਂ ਇਲੈਕਸ਼ਨ ਹੀ ਕੈਂਸਲ ਕਰਾ ਦਈਏ, ਪਰ ਅੱਜ ਤੁਸੀਂ ਮੂਹਰੇ ਬਣ ਕੇ ਤੁਸੀਂ ਅੱਜ ਠੀਕ ਕੰਮ ਨਹੀਂ ਕਰ ਰਹੇ। ਤੁਸੀਂ ਆਪਣੀ ਤਕਦੀਰ ਤੇ ਆਪਣੇ ਅਗੇਂਸਟ ਕੰਮ ਕਰ ਰਹੇ ਆ, ਇਹ ਤੁਹਾਡੀ ਖੁਸ਼ੀ ਆ। ਮੈਂ ਤਾਂ ਤੁਹਾਨੂੰ ਇੰਨਾ ਹੀ ਕਹਿਣਾ, ਬਾਕੀ ਜੇ ਕੋਈ ਆਉਣ ਵਾਲੇ ਸਾਡੇ ਤੋਂ ਵਧੀਆ ਆਉਂਦੇ ਆ ਜ਼ਰੂਰ ਉਹਨਾਂ ਨੂੰ ਲੈ ਆਓ, ਅਸੀਂ ਪਿੱਛੇ ਹਟ ਜਾਂਦੇ। ਗੇਟ ਦੇ ਬਾਹਰ ਆਇਆ ਸਵੇਰੇ, ਤੁਸੀਂ ਅੰਦਰ ਤੁਸੀਂ ਬਾਕੀ ਬੰਦੇ ਨੂੰ ਬੁਲਾਓ ਯਾਰ। ਆ ਰਹੇ ਸਾਰੇ ਸੈਕਟਰੀ ਆ ਰਹੇ, ਅਸੀਂ ਗੇਟ ਦੇ ਬਾਹਰ ਸਾਰੇ ਮੇਰੇ ਨਹੀਂ ਕੋਈ ਗੱਲ ਨਹੀਂ, ਅਸੀਂ ਤੁਹਾਡੇ ਨਾਲ ਸਹਿਮਤ ਹਾਂ। ਤੁਸੀਂ ਕਹੋ ਅਸੀਂ ਧਰਨੇ ਤੇ ਤੁਹਾਡੇ ਨਾਲ ਬਹਿ ਜਾਂਦੇ। ਸਾਰੇ ਜ਼ਿਲ੍ਹੇ ਦੇ ਸੈਕਟਰੀ ਆ ਰਹੇ ਯਾਰ ਤੁਸੀਂ ਆ ਤਾਂ ਗੈਰ ਕਾਨੂੰਨੀ ਕੰਮ ਕਰ ਰਹੇ ਹੋ, ਆਪਣੇ ਮੋਢੇ ਤੇ ਰੱਖ ਕੇ ਚਲਾਉਣ ਦੇ। ਬਹੁਤ ਚੰਗੀ ਗੱਲ ਆ, ਪਰ ਸਾਨੂੰ ਕਾਗਜ਼ ਦਾਖਲ ਕਰਨ ਤੋਂ ਤਾਂ ਇਹ ਸਾਡਾ ਸੰਵਿਧਾਨਕ ਹੱਕ ਆ। ਸੰਵਿਧਾਨਕ ਹੱਕ ਆ, ਜੋ ਉਧਰ ਬੈਠੀ ਸਰਕਾਰੀ ਤੇ ਰਚਾਉਂਦੀ ਆ ਉਹ ਤੁਸੀਂ ਕਰ ਰਹੇ ਹੋ। ਨਹੀਂ ਉਹ ਨਹੀਂ ਕਰ ਰਹੇ, ਉਹੀ ਕਰ ਰਹੇ ਹੋ। ਸਾਨੂੰ ਸਾਡਾ 4 ਵਜੇ ਟਾਈਮ ਲਗਾ ਰਹੇ ਹੋ। ਨਹੀਂ ਉਹ ਨਹੀਂ ਕਰ ਰਹੇ। ਉਹ ਸਾਡੇ ਸਿੱਧੇ ਪੇ ਕਮਿਸ਼ਨ ਦਾ ਰਜਿਸਟਰਾਰ ਨਾਲ ਮੇਰੀ ਗੱਲ ਹੋਈ ਆ, ਉਹ ਕਹਿੰਦਾ ਆਰਓ ਬੈਠਾ, ਤੁਹਾਨੂੰ ਤੁਸੀਂ ਤਾਂ ਤੁਹਾਡਾ ਤਾਂ ਕੋਈ ਬੰਦਾ ਜਾਣ ਹੀ ਨਹੀਂ ਕਾਗਜ਼ ਦਾਖਲ ਕਰ। 4 ਵਾਰ ਮੇਰੀ ਗੱਲ ਹੋ ਗਈ ਹੈ। ਨਹੀਂ ਬਿਲਕੁਲ ਤੁਸੀਂ ਐਜੀਟੇਸ਼ਨ ਆ ਕੋਰਟ ਦਾ ਇਲੈਕਸ਼ਨ ਪ੍ਰੋਸੈਸ ਤਾਂ ਕੋਰਟ ਦਾ ਹਿੱਸਾ ਆ, ਨਾ ਕਿ ਇਹ ਕਿਸੇ ਦਾ। ਤੁਸੀਂ ਇਹ ਕੋਰਟ ਦੇ ਡਿਸਟਰਬ ਕਰ ਰਹੇ ਹੋ। ਮੈਂ ਉਹ ਗੱਲ ਨਹੀਂ, ਅਸੀਂ ਤਾਂ ਆਪਣੀ ਰਾਈਟ ਲਈ ਅਸੀਂ ਲੜ ਰਹੇ ਸੀ 3 ਦਿਨ ਤੋਂ। ਮੈਂ ਤੁਹਾਨੂੰ ਦੱਸਦਾ ਤੇ ਮੈਂ ਤੁਹਾਡੇ ਲਈ ਲੜਿਆ। ਤੁਸੀਂ ਨਹੀਂ ਉਹਦੇ ਮੈਨੂੰ ਇਹ ਦੱਸੋ ਵੀ ਸਾਡੇ ਲੜਿਆ ਤਾਂ ਕੀ ਫਾਇਦਾ ਹੋਇਆ? ਅੱਜ ਦਾ ਸਮਾਂ ਆ, ਅੱਜ ਤੁਸੀਂ ਇਲੈਕਸ਼ਨ ਖਤਮ ਕਰ ਦੇਣੀ। ਔਰ ਉਹ ਬੋਰਡ ਬਣਨਾ ਜਿਹਨੇ ਇਸ ਅੱਜ ਚੇਤੇ ਰੱਖਿਓ, ਮੈਂ ਆਪਣੇ ਤੁਹਾਡੇ ਸਾਹਮਣੇ ਗੁਰੂ ਨੂੰ ਹਾਜ਼ਰ ਨਾਜ਼ਰ ਰੱਖ ਕੇ ਕਰਨਾ। ਉਹ ਬੋਰਡ ਬਣਨਾ ਜਿਹਨੇ 10 ਦਿਨਾਂ ਦੇ ਵਿੱਚ ਹੀ ਮਤਾ ਮਰਜ਼ਰ ਦਾ ਤੁਹਾਡਾ ਨਾਮ ਆਇਆ ਤਾਂ ਤੁਸੀਂ ਮੇਰਾ ਨਾਮ ਹਟਾ ਦੇ। ਆਹ ਦੇਖੋ ਆਰਸੀਐਸ ਦੀ ਚਿੱਠੀ, ਤੁਸੀਂ ਆ ਪੜ੍ਹ ਕੇ ਜਿਹੜਾ ਤੁਹਾਡਾ ਬੰਦਾ ਵੀ ਆ ਪੜ੍ਹ ਸਕਦਾ, ਲੇਟੈਸਟ ਚਿੱਠੀ ਆਰਸੀਐਸ ਦੀ ਪੜ੍ਹ ਲਓ। ਜਿਹਨੇ ਕਿਹਾ ਵੀ ਕੋਈ ਤੁਹਾਡਾ ਮੁਲਾਜ਼ਮ ਦੱਸੋ ਜਿਹੜਾ ਪੜ੍ਹ ਸਕਦਾ, ਆ ਪੜ੍ਹੋ ਜੀ। ਕੋਈ ਬੰਦਾ ਵੀ ਪੜ੍ਹੋ, ਪੜ੍ਹ ਕੇ ਬੋਲੂ ਜਾਂ ਮੈਂ ਪੜ੍ਹਦਾ, ਮੇਰੇ ਯਕੀਨ ਕਰਿਓ।
ਉਹ ਕਹਿੰਦੇ ਆ ਕਿ ਹੁਸ਼ਿਆਰਪੁਰ ਬੈਂਕ ਨੇ ਮਰਜ਼ਰ ਦੇ ਹੀਰ ਨੂੰ ਮਤਾ ਨਹੀਂ ਪਾਇਆ ਤੇ ਮੀਟਿੰਗ ਹੋਈ ਆ 26/7/2022 ਨੂੰ ਕੀਪਿੰਗ ਇਨ ਅ ਵਿਊ the importance of the subject and to comply with the above mentioned observation of RBI in order of worthy RCS corporation you are MD ਨੂੰ ਲਿਖਦੇ you are advised to get the scheme of amalgamation of DCCB with PSCB get approved from your respective general bodies ਆ ਅੱਜ ਦੀ ਚਿੱਠੀ ਆ ਜਿਹਦੇ ਅਗੇਂਸਟ ਮੈਂ ਹਾਈ ਕੋਰਟ ਗਿਆ ਤੁਹਾਨੂੰ ਇਹ ਗੱਲਾਂ ਨਹੀਂ ਕਿਸੇ ਨੂੰ ਵੀ ਸਮਝ ਨਹੀਂ ਤੁਸੀਂ ਜਾਣ ਬੁੱਝ ਕੇ ਆਪਣੇ ਪੈਰਾਂ ਤੇ ਮੈਂ ਤੁਹਾਡੇ ਨਾਲ ਐਗਰੀ ਆ ਤੇ ਮੈਂ ਤੁਹਾਡੇ ਨਾਲ ਲਗਾਤਾਰ 1 ਮਹੀਨਾ ਇੱਥੇ ਬਹਿਣ ਨੂੰ ਤਿਆਰ ਆ ਫਿਰ ਬੰਦੇ ਰਹੋ ਕਿ ਬਣੇ ਰਹੋ ਇਹ ਨਾ ਹੋਵੇ ਮੈਂ ਮੁੜ ਕੇ ਪਿੱਛੇ ਆ ਜਾਓ ਅਸੀਂ ਤਾਂ ਪਿੱਛੇ ਨਹੀਂ ਕਰਦੇ ਤੇ ਫਿਰ ਅੱਜ ਸਾਡੇ ਕਾਗਜ਼ ਰੋਕਣ ਦਾ ਕੀ ਫਾਇਦਾ ਆ ਹੀ ਨਹੀਂ ਜੀ ਰੋਕ ਰਹੇ ਉਹ ਸਾਨੂੰ ਆਰਓ ਤੱਕ ਜਾਣ ਦਿਓ ਉਸ ਤੋਂ ਬਾਅਦ ਸ਼ਾਮ ਤੱਕ ਤੁਹਾਡੇ ਨਾਲ ਇੱਥੇ ਬੈਠਾ ਆਰੋ ਦਾ ਐਂਟਰ ਦੀ ਕੰਮ ਦਿੱਤਾ ਸੀਗਾ ਨਹੀਂ ਆਰਓ ਅੰਦਰ ਆ ਕਹਿੰਦੇ ਕੁੰਡਾ ਲਾਇਆ ਉਹਨਾਂ ਦੇ ਮੁਲਾਜ਼ਮਾਂ ਤੁਹਾਡੇ ਆਰਸੀਐਸ ਨੂੰ ਇਹ ਅਪਰੂਵ ਸਾਰਿਆਂ ਨੂੰ ਕਾਗਜ਼ ਆਰਓ ਅੰਦਰ ਬੈਠਾ ਉਹਨੂੰ ਲੋਕ ਲਾ ਕੇ ਤੁਸੀਂ ਇੱਕ ਮਿਡਲ ਦੇ ਵਿੱਚ ਬੈਠੇ ਆ ਸਾਡੇ ਕਾਗਜ਼ ਦਾਖਲ ਕਰਨ ਤੋਂ ਤਾਂ ਕਿ 4 ਵਜੇ ਤੇ ਉਸ ਤੋਂ ਬਾਅਦ ਜੇ ਤੁਸੀਂ ਸਾਨੂੰ ਕਾਗਜ਼ ਦਾਖਲ ਕਰ ਲੈਣ ਦਿਓ ਜੇ 10 ਦਿਨ ਧਰਨਾ ਲਾਓ ਤੁਹਾਡੇ ਨਾਲ ਬੈਠਾਂਗੇ ਜਿੱਥੇ ਕਹੋ ਚੱਲਾਂਗੇ ਆਰੋ ਸਾਹਿਬ ਸਾਡੇ ਕਾਗਜ਼ ਕਿਉਂ ਨਹੀਂ ਦਾਖਲ ਕਰਦੇ ਹਾਂਜੀ ਹਾਂਜੀ ਸਾਰੀ ਪ੍ਰੈਸ ਸਾਰੀ ਬਾੜੋ ਅੰਦਰ ਸਾਰੇ ਆਰੋ ਸਾਹਿਬ ਇੰਦਰ ਲਾ ਕੇ ਦੱਸੋ ਕਿਉਂ ਨਹੀਂ ਕਾਗਜ਼ ਆ ਤੁਹਾਡਾ 8 ਵਜੇ ਦਾ ਟਾਈਮ ਸੀਗਾ ਜੀ ਆਰੋ ਸਾਹਿਬ 9:30 ਵਜੇ ਤੋਂ ਤੁਸੀਂ ਕਾਗਜ਼ ਦਾਖਲ ਕਰਦੇ ਸਾਡੇ ਕਾਗਜ਼ ਕਿਉਂ ਸਾਨੂੰ ਬੰਦ ਕੀਤਾ ਮੈਂ ਪਹਿਲਾਂ ਹਾਂਜੀ ਬਾਅਦ ਜਾ ਕੇ ਇਹਨਾਂ ਨੂੰ ਰਿਕੁਐਸਟ ਕਰਕੇ ਆਇਆ ਇੰਡੀਵਿਜੂਅਲ ਜਿਹੜੀ ਬਾਤ ਸਰਵਿਸ ਪੁਲਿਸ ਰਿਪੋਰਟ ਕਰਾਈ ਜੀ ਵੀ ਮੈਨੂੰ ਡੱਕਿਆ ਇਹਨਾਂ ਨੇ ਆ ਸਭ ਕੁਝ ਕਰਾਇਆ ਮੈਂ ਐਸਐਸਪੀ ਸਾਹਿਬ ਨੂੰ ਸਵੇਰੇ ਸੁਣਾ ਡੀਸੀ ਸਾਹਿਬ ਨੇ ਮੇਰੀ ਨੌਲੇਜ ਡੀਸੀ ਸਾਹਿਬ ਮੈਂ ਤੇ ਐਸਐਸਪੀ ਨੂੰ ਕਹਿਣਾ ਸਰ ਆਰਸੀਐਸ ਸਾਹਿਬ ਕਹਿ ਰਹੇ ਆ ਤੇ ਆਰਓ ਸਾਹਿਬ ਬੈਠੇ ਆ ਉੱਥੇ ਕੋਈ ਵੀ ਸੋਸਾਇਟੀ ਜਿਹੜੀ ਨਾਮਜ਼ਦਗੀ ਦਾਖਲ ਕਰਾਉਣ ਨਹੀਂ ਗਈ ਮੈਂ ਕਿਹਾ ਸਵੇਰੇ ਹੁਣੇ ਤੁਸੀਂ ਨਹੀਂ ਸੀ ਆਏ ਇਹਨਾਂ ਨੂੰ ਪੁੱਛੋ ਬਾਹਰ ਜਾ ਕੇ ਮੈਂ ਤੁਹਾਨੂੰ ਮੈਨੂੰ ਨਹੀਂ ਪਤਾ ਤੁਸੀਂ ਆਏ ਮੈਨੂੰ ਨਹੀਂ ਪਤਾ ਕਿੱਥੇ ਆ ਇਹਨਾਂ ਨੂੰ ਐਸਐਸਪੀ ਸਾਹਿਬ ਨੂੰ ਚਿੱਠੀ ਇਹਨਾਂ ਦਾ ਜਵਾਬ ਆਇਆ ਦੇਖੋ ਭਾਵੇਂ ਕਾਗਜ਼ ਦਾਖਲ ਕਰੋ ਇਹਨੇ ਸਟੇਟਮੈਂਟ ਲਓ ਸਾਰੀ ਪ੍ਰੈਸ ਨੂੰ ਨਹੀਂ ਫਿਰ ਉਹਨਾਂ ਦੇ ਪਰਚਾ ਕਰਾਓ ਜਿਨ੍ਹਾਂ ਨੇ ਤੁਹਾਨੂੰ ਤਾਂ ਅੰਦਰ ਨਹੀਂ ਆਉਣ ਦਿੱਤਾ ਜੀ ਤੁਸੀਂ ਉਹਨਾਂ ਬੰਦਿਆਂ ਤੇ ਪਰਚਾ ਹੋਣਾ ਚਾਹੀਦਾ ਉਹਨਾਂ ਬੰਦਿਆਂ ਦਾ ਤੁਹਾਨੂੰ ਦੱਸੋ ਕਿਹੜੇ ਕਿਹੜੇ ਸਾਨੂੰ ਬਾਈ ਨੇ ਆਹ ਦੇਖੋ ਜੀ ਟਾਈਮਿੰਗ ਹੈਗੀ ਆ 9:09 ਵਜੇ ਦੀ ਟਾਈਮਿੰਗ ਆ ਰਿਕਾਰਡ ਕਰੋ ਸਾਰੀ ਲਾਈਵ ਪਾਓ ਜੀ ਲਾਈਵ ਪਾਓ ਇਹ ਸਾਰਾ 9:30 ਵਜੇ ਦੀ ਰਿਕਾਰਡਿੰਗ ਆ ਆਰਓ ਸਾਹਿਬ ਕੀ ਇਹ ਗੱਲ ਸਪਸ਼ਟ ਕਰਨ ਵੀ ਅਸੀਂ 8:30 ਵਜੇ ਦੇ ਇੱਥੇ ਆ ਸਾਨੂੰ ਕਾਗਜ਼ ਦਾਖਲ ਕਰਨ ਦਾ ਮੌਕਾ ਕਿਉਂ ਨਹੀਂ ਦਿੱਤਾ ਮੈਂ ਆਪਣੇ ਆਫਿਸ ਦੇ ਵਿੱਚ 9 ਵਜੇ ਆ ਗਿਆ ਸੀ ਆਉਂਦਿਆਂ ਸਾਰ ਹੀ ਇਹਨਾਂ ਨੇ ਮੈਨੂੰ ਬੰਦ ਕਰ ਲਿਆ ਅੰਦਰ ਉਸੇ ਤੁਰੰਤ ਉਸੇ ਵੇਲੇ ਇਹਨਾਂ ਨੇ ਬੰਦ ਕੀਤਾ ਜੀ ਉਹਨਾਂ ਬੰਦਿਆਂ ਦੇ ਨਾਂ ਲਾਓ ਤੇ ਉਹਨਾਂ ਦੇ ਪਰਚਾ ਰਜਿਸਟਰ ਕੀਤਾ ਦੇਖੋ ਮੈਂ ਅੰਮ੍ਰਿਤਸਰ ਤੋਂ ਆਇਆ ਇਹਨੇ ਬੰਦ ਕੀਤਾ ਦੇਖੋ ਅੰਮ੍ਰਿਤਸਰ ਤੋਂ ਆ ਰੋ ਮੈਂ ਆਇਆ ਠੀਕ ਹੈ ਇੱਥੋਂ ਦਾ ਮੈਨੂੰ ਕਰਮਚਾਰੀ ਲੱਗਦਾ ਮੈਨੂੰ ਜੋ ਪਤਾ ਲੱਗਿਆ ਵੀ ਇਹ ਕਰਮਚਾਰੀ ਆਪਣੀ ਮੰਗਾਂ ਤੇ ਬਾਹਰ ਬੈਠੇ ਹੋਏ ਨੇ ਠੀਕ ਹੈ ਉਸੇ ਵੇਲੇ ਤੁਰੰਤ ਮੈਂ ਐਸਐਸਪੀ ਸਾਹਿਬ ਨੂੰ ਮੈਸੇਜ ਕੀਤਾ ਇਹ ਮੇਰੇ ਕੋਲ ਹੈ ਮੈਸੇਜ ਹੁਣੇ ਤੁਹਾਨੂੰ ਦਿਖਾਣਾ ਉਸੇ ਵੇਲੇ ਮੇਰੇ ਨਾਲ ਜਿਹੜਾ ਅਸਿਸਟੈਂਟ ਸੀ ਉਹਨੂੰ ਮੈਂ ਚਿੱਠੀ ਦੇ ਕੇ ਐਸਐਸਪੀ ਦੇ ਦਫ਼ਤਰ ਭੇਜਿਆ ਦੁਬਾਰਾ ਕਿ ਮੈਨੂੰ ਸਿਕਿਉਰਿਟੀ ਦੇ ਜਾਵੇ ਸਰ ਇੱਕ ਮਿੰਟ ਮੈਨੂੰ ਗੱਲ ਕਰਨ ਜੀ ਉਹ ਸਿਕਿਉਰਿਟੀ ਦੇ ਕੇ ਭੇਜਿਆ ਐਸਐਸਪੀ ਸਾਹਿਬ ਨੇ ਮੈਨੂੰ ਫੋਨ ਕੀਤਾ ਮੈਂ ਸਾਰੀ ਉਹਨਾਂ ਨੂੰ ਸਿਚੁਏਸ਼ਨ ਦੱਸੀ ਮੈਂ ਤੁਹਾਨੂੰ ਹੁਣੇ ਕਾਲ ਦਿਖਾਣਾ ਉਸ ਤੋਂ ਬਾਅਦ ਉਹ ਐਸਐਸਪੀ ਸਾਹਿਬ ਨੇ ਕਾਫੀ ਲੇਟ ਮੈਨੂੰ ਭੇਜਿਆ ਕਿ ਮੇਰੇ ਕੋਲ ਇਸ ਵੇਲੇ ਸਿਕਿਉਰਿਟੀ ਨਹੀਂ ਹੈਗੀ ਇਹ ਐਸਐਸਪੀ ਸਾਹਿਬ ਦੀ ਮੈਨੂੰ ਚਿੱਠੀ ਆਈ ਹੈ ਉਸ ਤੋਂ ਬਾਅਦ ਮੈਂ ਵਾਰ-ਵਾਰ ਬਾਹਰ ਜਾਂਦਾ ਰਿਹਾ ਉੱਥੋਂ ਖਲੋਦਾ ਕਿਸੇ ਨਾਲ ਮੈਨੂੰ ਕਿਸੇ ਨੇ ਖਲੋਣੇ ਅੰਦਰ ਦਿੱਤਾ ਮੈਂ ਖੁੱਲੇ ਤੇ ਆਪਣੇ ਆਰਸੀਐਸ ਸਾਹਿਬ ਨੂੰ ਮੈਂ ਫੋਨ ਕੀਤਾ ਵੀ ਮੈਂ ਇੱਥੇ ਇਸ ਜਗ੍ਹਾ ਤੇ ਬੈਠਾ ਮੈਨੂੰ ਸਿਕਿਉਰਿਟੀ ਪ੍ਰੋਵਾਈਡ ਕਰਾਈ ਜਾਵੇ ਜੇ ਬਾਈ ਚਾਂਸ ਕੋਈ ਗੱਲ ਹੋ ਗਈ ਤੇ ਇਹਦਾ ਕੋਈ ਜ਼ਿੰਮੇਵਾਰ ਆਰਸੀਐਸ ਨੇ ਮੈਨੂੰ ਕਿਹਾ ਕਿ ਹੁਣੇ ਹੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੈਂ ਐਸਐਸ ਸਾਹਿਬ ਨੂੰ ਕੰਮ ਕਰਦਾ ਤੇ ਜਦੋਂ ਵੀ ਕੋਈ ਜਦੋਂ ਖੁੱਲਦਾ ਦਰਵਾਜ਼ਾ ਕਿਸੇ ਆਪਾਂ ਖੋਲ ਕੇ ਤੇ ਤੁਸੀਂ ਆਪਣੇ ਨੋਮੀਨੇਸ਼ਨ ਦਿਓ ਧੰਨਵਾਦ ਜੀ ਆਰੋ ਸਾਹਿਬ ਜਿਹੜੇ ਸਾਡੇ 3 ਘੰਟੇ ਲੰਘ ਗਏ ਆ ਉਹਨਾਂ 3 ਘੰਟਿਆਂ ਨੂੰ ਕਿੱਦਾਂ ਕੰਪਨਸੇਟ ਕਰਦੇ ਉਹਦੇ ਲਈ ਦੇਖੋ ਉਹਦੇ ਲਈ ਸਟ੍ਰਾਈਕ ਹੈ ਸਾਨੂੰ ਸਟ੍ਰਾਈਕ ਵਾਲਿਆਂ ਦੇ ਬੰਦਿਆਂ ਦੇ ਪਰਚਾ ਰਜਿਸਟਰ ਕਰੋ ਕਿਉਂਕਿ ਇੱਕ ਇਲੈਕਸ਼ਨ ਪ੍ਰੋਸੈਸ ਆ ਜੇ ਇਸ ਇਲੈਕਸ਼ਨ ਪ੍ਰੋਸੈਸ ਨੂੰ ਕੋਈ ਬਿਲਕੁਲ ਉਹਦਾ ਜਿਹੜਾ ਯੂਨੀਅਨ ਦਾ ਲੀਡਰ ਆ ਦੇਖੋ ਮੈਂ ਤੁਹਾਨੂੰ ਸਾਰੀਆਂ ਗੱਲਾਂ ਦੱਸਦਾ ਮੈਂ ਸਮਝ ਗਿਆ ਜੀ ਤੁਹਾਡੀ ਗੱਲ ਮੈਂ ਹੀ ਤੁਹਾਡੇ ਨਾਲ ਸਹਿਮਤ ਹਾਂ ਪਲੀਜ਼ ਇਹ ਦੇਖੋ ਐਸਐਸਪੀ ਸਾਹਿਬ ਨੇ ਮੈਨੂੰ ਚਿੱਠੀ ਭੇਜੀ ਇਹ ਚਿੱਠੀ ਪ੍ਰੈਸ ਨੂੰ ਦੇ ਦਿਓ ਜੀ ਠੀਕ ਹੈ ਲਓ ਜੀ ਪ੍ਰੈਸ ਸਾਨੂੰ ਆਪਣਾ ਕੰਮ ਕਰ ਲੈਣ ਉਸ ਤੋਂ ਬਾਅਦ ਹੁਣ ਤੁਸੀਂ ਪਰ ਨੋਮੀਨੇਸ਼ਨਸ ਕਰਨੀਆਂ ਕਿ
ਜਿਆਦਾ ਇਹਨਾਂ ਨੂੰ ਕਰਨ ਦੇ ਪਹਿਲਾਂ ਜਿਆਦਾ ਇਹਨਾਂ ਨੂੰ ਬੈਂਕ ਨੂੰ ਨਹੀਂ ਕਰਦੇ ਦੇਖੋ ਇੱਕ ਮਿੰਟ ਮੇਰੀ ਗੱਲ ਸੁਣੋ। ਜਿਹੜੀਆਂ ਚੀਜ਼ਾਂ ਸਿੱਧੇ ਤੌਰ ਦੇ ਉੱਤੇ ਮੇਰੇ ਹੱਥ 'ਚ ਨਹੀਂ ਨਾ ਗਈਆਂ, ਵੇਖੋ ਮੈਂ ਤੁਹਾਨੂੰ ਜਸਟੀਫਿਕੇਸ਼ਨ ਦਿੱਤੀ ਕੱਲੀ ਗੱਲ ਦੀ। ਜਿਹੜੀ ਚੀਜ਼ ਇੱਕ ਮਿੰਟ ਸਰ ਪਲੀਜ਼, ਇਹ ਜਿਹੜਾ ਇਹ ਆ ਉਹ ਮੇਰੇ ਹੱਥ 'ਚ ਨਹੀਂ ਹੈ। ਟਾਈਮ ਨਾਲ ਜਿਹੜਾ ਕਰਾਓ ਤੁਸੀਂ, ਉਹ ਮੇਰੇ ਹੱਥ ਨਹੀਂ। ਤੁਸੀਂ ਇੰਜ ਕਰੋ ਸਾਰੇ ਜਣੇ, ਤੁਸੀਂ ਇੰਜ ਕਰੋ ਸਾਰੇ ਜਣੇ, ਅੱਜ ਨੋਮੀਨੇਸ਼ਨ ਪੇਪਰ ਦੇਣੇ ਆ, ਅੱਜ ਕੁਝ ਵੀ ਹੋਰ ਨਹੀਂ ਕਰਨਾ। ਨਹੀਂ ਸਾਨੂੰ ਕੋਈ ਟਾਈਮ ਨਹੀਂ ਲੱਗਦਾ। ਸਾਨੂੰ ਰਸੀਦ ਦਿਓ। ਤੁਸੀਂ ਥੋੜਾ ਦੇ ਦਿਓ। ਦੇਖੋ ਜੀ ਸਾਨੂੰ ਆਏ ਵੀ ਉਸੇ ਵਾਸਤੇ ਹੀ ਆ ਨੋਮੀਨੇਸ਼ਨ ਕੋਈ ਟਾਈਮ ਔਰ ਦੇਖੋ ਔਰ ਇਹ ਲੈਣ ਵਾਸਤੇ ਕੋਈ ਟਾਈਮ ਨਹੀਂ ਲੱਗਦਾ। ਟਾਈਮ ਲੱਗ ਰਿਹਾ ਸਰ ਨੋਮੀਨੇਸ਼ਨ ਦਿਓ। ਜਿਹੜਾ ਪੇਪਰ ਹੀ ਨਹੀਂ ਦੇ ਰਿਹਾ ਉਹ ਤੇ ਫਿਰ ਨਹੀਂ ਤੇ ਮੇਰੀ ਗੱਲ ਤੇ ਸੁਣੋ। ਇਹ ਤੇ ਮੈਂ ਤੇ ਅੱਜ ਇਹ ਤੇ ਇਲੈਕਸ਼ਨ ਪ੍ਰੋਗਰਾਮ ਦਾ ਤੇ ਸਾਰੇ ਦਾ ਸਾਰਾ ਤੁਹਾਨੂੰ ਪਤਾ ਹੈਗਾ ਵੀ ਕਿਹੜੇ ਟਾਈਮ ਤੇ ਤੁਸੀਂ ਪੇਪਰ ਦੇਣੇ। ਪੇਪਰ ਤੇ ਤੁਸੀਂ ਤਿਆਰ ਕਰਨੇ ਲੈਣੇ ਤੁਸੀਂ ਤੁਸੀਂ ਲਿਆਓ ਜਿੰਨਾਂ ਨੇ ਲਿਆਏ। ਮੇਰੀ ਬੇਨਤੀ ਆ, ਜੇ ਆਪਾਂ 1.5 ਤੋਂ ਸਵਾ ਘੰਟੇ ਸਾਰਿਆਂ ਦੇ ਲੈਣੇ ਨਾ, ਦੋ ਕਰਕੇ ਸਾਰੇ ਬਾਤ ਤੁਸੀਂ ਸਾਰੇ ਆਜੋ ਆਪਾਂ ਬਾਹਰ ਆ ਜੀ। ਆਪਾਂ ਨਾਲ ਦੇ ਕਮਰੇ ਚ ਪ੍ਰੈਸ ਵਾਲੇ ਖੜੇ ਰਹਿਣ। ਸਾਰਿਆਂ ਡੀਆਰ ਸਾਹਿਬ ਕੋਲ ਆਪਣੇ ਪੇਪਰ ਇਹ ਹੁਣ ਬਾਈਟ ਨਾ ਕਰੋ ਯਾਰ, ਉਹ ਜਮਾ ਹੋਣ ਦਿਓ। ਕਰੂਗੇ ਇੱਥੇ ਰੁਕੀ ਚਲੋ ਜੀ, ਇੱਕ ਇੱਕ ਕਰਕੇ ਕਰਾਓ। ਜਿਹੜੇ 5 ਨੰਬਰ ਪਈ ਜਿਨ੍ਹਾਂ ਨੇ ਨੋਮੀਨੇਸ਼ਨ ਆ ਗਏ ਨਾ ਬਾਹਰ ਆਓ ਸਾਰੇ ਦੋ ਦਿਨ ਬਾਅਦ ਬਹੁਤ ਖੜਾਓ ਜੀ ਸਾਰਿਆਂ ਦੀਆਂ ਹੋਣਗੀਆਂ ਕੋਈ ਗੱਲ ਨਹੀਂ, ਪਰ ਸਾਰੇ ਬੈਠੇ ਨੇ ਐ ਨਹੀਂ ਹੋਣੀਆਂ ਕਿ ਅਰੋ ਸਾਹਿਬ ਇੱਕ ਮਿੰਟ ਬੰਦ ਕਰ ਦਿਓ ਐ ਨਹੀਂ ਹੋਣੀਆਂ ਜੀ। ਕਰਨਾ ਕੋਈ ਇਹਦੀ ਬਾਅਦ ਚ ਕਰਾਂਗੇ। ਠੀਕ ਹੈ, ਜਿਹੜੇ ਸੀਟ ਹੈ ਉਹੀ ਕਰਨੇ ਅੱਜ ਹੋਰ ਕੰਮ ਕੋਈ ਨਹੀਂ ਕਰਨਾ। ਬਾਹਰ ਆ ਜਾਓ ਕੋਈ ਗੱਲ ਨਹੀਂ। ਸਾਡਾ 6ਵਾਂ ਪੇ ਕਮਿਸ਼ਨ ਹੈ ਜੀ ਪੰਜਾਬ, ਸਾਡੀ ਫੈਡਰੇਸ਼ਨ ਵੱਲੋਂ ਯੂਨੀਅਨ ਦਾ ਧਰਨਾ ਨਾਮ ਦੱਸਿਓ ਨਾਲੇ ਦਾ ਹੁਸ਼ਿਆਰਪੁਰ ਸੈਂਟਰ ਕੋਆਪਰੇਟਿਵ ਬੈਂਕ EMPLOYEES ਯੂਨੀਅਨ ਤੇ 3 ਦਿਨ ਤੋਂ ਸਾਡਾ ਕਲਮ ਛੋੜ ਚੱਲਦਾ ਪਿਆ ਜੀ। ਸਾਨੂੰ ਆਸ ਸੀਗੀ ਕਿ 3 ਦਿਨ ਤੋਂ ਸਾਨੂੰ ਕੋਈ ਕਾਲ ਆਊਗੀ ਪੰਜਾਬ ਗਵਰਨਮੈਂਟ ਵੱਲੋਂ ਜਾਂ ਰਜਿਸਟਰਾਰ ਸਾਹਿਬ ਵੱਲੋਂ ਸਾਨੂੰ ਬੁਲਾਇਆ ਜਾਊਗਾ, ਪਰ ਸਾਨੂੰ ਕੋਈ ਨਹੀਂ ਆਈ। ਅਸੀਂ ਆਪਣਾ ਪ੍ਰਦਰਸ਼ਨ ਸਵੇਰੇ ਧਰਨੇ ਦਾ ਸ਼ੁਰੂ ਕੀਤਾ ਜੀ। ਡੀਆਰ ਸਾਹਿਬ ਕਹਿੰਦੇ ਅੱਜ ਇਲੈਕਸ਼ਨ ਕਦੀ ਚੱਲਦੀ ਪਈ ਸੀ ਉਹਦੇ ਬਾਰੇ ਜਿਹੜੀ ਬੋਰਡ ਦੀ ਚੱਲਦੀ ਪਈ ਆ ਜੀ, ਉਹ ਮੈਨੇਜਮੈਂਟ ਨੂੰ ਜੀ ਉਹਨਾਂ ਜੀ ਇੱਕ ਦਾ ਮਿੰਟ ਮੇਰਾ ਸਰ, ਜਿਹੜੇ ਰਿਟਰਨਿੰਗ ਅਫਸਰ ਆਏ ਨੇ ਭੁਪਿੰਦਰ ਸਿੰਘ ਜੀ, ਉਹਨਾਂ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਯੂਨੀਅਨ ਉਹਨਾਂ ਨੂੰ ਐਂਟਰ ਤਾਂ ਨਹੀਂ ਦਿੱਤਾ ਗਿਆ। ਗੱਲ ਸੁਣ ਲਓ ਪਹਿਲਾਂ ਪੂਰੀ। ਉਹਨਾਂ ਨੇ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਮੈਨੂੰ ਬੈਂਕ ਕਰਮਚਾਰੀਆਂ ਨੇ ਬੰਦਕ ਬਣਾ ਕੇ ਅੰਦਰ ਜਿੰਦਾ ਲਗਾ ਕੇ ਹੋੜਿਆ, ਤਾਂ ਮੈਂ ਐਸਐਸਪੀ ਨੂੰ ਕੰਪਲੇਂਟ ਵੀ ਕੀਤੀ ਹੈ। ਅਸੀਂ ਗੇਟ ਵਿੱਚ ਆਏ ਸੀ, ਉਹਨਾਂ ਨੂੰ ਅੰਦਰ ਵੜਨ ਤੋਂ ਰੋਕਿਆ ਗਿਆ। ਸਾਨੂੰ ਉਸ ਤੋਂ ਬਾਅਦ ਨਹੀਂ ਪਤਾ ਉਹ ਬਾਹਰ ਚਲੇ ਗਏ ਸੀਗੇ। ਉਹ ਅੰਦਰ ਫਿਰ ਕਿੱਦਾਂ? ਸਪਸ਼ਟ ਲਫ਼ਜ਼ਾਂ 'ਚ ਕਿਹਾ ਗਿਆ ਕਿ ਸਾਨੂੰ ਉਹਦੇ ਬਾਰੇ ਕੋਈ ਨਹੀਂ ਪਤਾ। ਪਹਿਲਾਂ ਅਸੀਂ ਹਾਂਜੀ ਉਹਨਾਂ ਵੱਲੋਂ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਗਿਆ ਕਿ ਮੁਲਾਜ਼ਮਾਂ ਵੱਲੋਂ ਜਿਹੜੇ ਧਰਨਾ ਦੇ ਰਿਹਾ ਮੈਨੂੰ ਬੰਦਕ ਬਣਾਇਆ ਗਿਆ ਇਹਨਾਂ ਵੱਲੋਂ। ਬੰਦਕ ਦਾ ਸਾਡਾ ਕੋਈ ਨਹੀਂ ਹੈ ਜੀ। ਉਹਨਾਂ ਨੂੰ ਐਂਟਰ ਕਰਨ ਤੋਂ ਰੋਕਿਆ ਗਿਆ। ਆਪਣੀ ਉਹਨਾਂ ਨੇ ਸਾਨੂੰ ਡਿਮਾਂਡ ਪੁੱਛੀ, ਅਸੀਂ ਡਿਮਾਂਡ ਦੱਸੀ ਉਹਨਾਂ ਨੂੰ ਕਿ ਸਾਡੀ 6ਵੇਂ ਪੇ ਕਮਿਸ਼ਨ ਦਾ, ਕਿਉਂਕਿ ਸਾਡਾ ਜੋ ਸਟੈਪ ਐਜ਼ ਏ ਰਜਿਸਟਰਾਰ ਤੋਂ ਅਪਰੂਵ ਹੋਣਾ, ਉਹ ਲੈਟਰ ਹੌਲੀ ਹੌਲੀ ਚੱਲ ਰਹੀ ਹੈ ਕਿ ਅਲਾਉਡ ਕਰਾ ਦਿਓ। ਕੈਮਰੇ ਤੇ ਵੀ ਕਿਹਾ ਸੀ ਅੰਦਰ ਨਹੀਂ ਬੈਠੇ ਰਿਟਰਨਿੰਗ ਅਫਸਰ ਸਾਹਿਬ। ਨਹੀਂ ਸਾਨੂੰ ਨਹੀਂ ਪਤਾ, ਮੈਂ ਕਿਹਾ ਆ। ਤੁਸੀਂ ਇਹ ਕਿਹਾ ਸੀ ਅੰਦਰ ਨਹੀਂ ਆ, ਚੈੱਕ ਕਰ ਸਕਦੇ ਆ। ਤੇ ਮੀਡੀਆ ਨਹੀਂ ਮੈਂ ਤਾਂ ਜੇ ਇਹ ਚੀਜ਼ ਹੁੰਦੀ ਤਾਂ ਮੈਂ ਤੁਹਾਨੂੰ ਕੱਲ ਹੀ ਕਹਿੰਦਾ ਤੁਸੀਂ ਚੈੱਕ ਕਰਨ ਗਏ। ਰੋਕਿਆ ਜਾ ਰਹੀ ਤੁਹਾਡੇ ਮੁਲਾਜ਼ਮ ਸਾਡੇ ਚੋਂ ਕਿਸੇ ਨੇ ਰੋਕਿਆ। ਰੋਕਿਆ ਗਿਆ ਜੀ। ਕਿਹਨੇ ਰੋਕਿਆ ਜੀ? ਸਾਰਿਆਂ ਨੂੰ ਤੁਹਾਡੇ ਮੈਡਮਾਂ ਬੈਠੇ ਸੀ ਮੋਰੇ ਉਹਨਾਂ ਨੇ ਰੋਕਿਆ ਸੀ। ਸਾਡੇ ਵੱਲੋਂ ਕਿਸੇ ਨੇ ਰੋਕਿਆ ਗਿਆ। ਅਸੀਂ ਤਾਂ ਸ਼ਾਂਤੀਪੂਰਵਕ ਧਰਨਾ ਲਾਇਆ ਹੈ ਜੀ। ਅਸੀਂ ਜੇ ਉਹ ਵਿਦਰੋਹ ਕਰ ਰਹੇ ਹਾਂ, 6ਵੇਂ ਪੇ ਕਮਿਸ਼ਨ ਦੀ ਡਿਮਾਂਡ ਕਰ ਰਹੇ ਹਾਂ, ਪੰਜਾਬ ਸਰਕਾਰ ਦਾ ਵਿਦਰੋਹ ਕਰ ਪਰ ਰਹੇ ਹਾਂ। ਡੀਆਰ ਸਾਹਿਬ ਤਾਂ ਤੁਹਾਡੀਆਂ ਮੰਗਾਂ ਨਾਲ ਲੈਣਾ ਦੇਣਾ ਥੋੜੀ ਕੁਝ ਹੁੰਦਾ ਕਿ ਚੋਣ ਦੀ ਪ੍ਰਕਿਰਿਆ ਲਈ ਆਏ ਸੀ। ਨੁਮਾਇੰਦਾ ਸਰਕਾਰ ਤੋਂ ਭੇਜਿਆ ਜਾਂਦਾ ਹੁੰਦਾ ਜੀ, ਉਹ ਆਪੇ ਥੋੜਾ ਉੱਠ ਕੇ ਆ ਗਏ ਆ ਜੀ। ਤੁਸੀਂ ਬਣਾਇਆ ਸਾਡਾ ਕੁਝ ਨਹੀਂ ਬਣਾਇਆ ਗਿਆ ਬੰਦਕ। ਉਹ ਕਹਿੰਦੇ ਆ ਕਿ ਐਸਐਸਪੀ ਸਾਹਿਬ ਨਾਲ ਗੱਲ ਹੋਈ, ਉਹਨਾਂ ਨੇ ਪ੍ਰੋਟੈਕਸ਼ਨ ਮੰਗੀ ਐਸਐਸਪੀ ਸਾਹਿਬ ਵੱਲੋਂ। ਉਹ ਦੇਖੋ ਜੀ ਉਹਨਾਂ ਦਾ ਪ੍ਰੋਸੈਸ ਹੈ ਜੀ। ਜਵਾਬ ਆਇਆ ਕੁਛ ਠੀਕ ਹੈ। ਉੱਥੇ ਵੀ ਇਹ ਵੀ ਮੰਗ ਉੱਠੀ ਆ ਕਿ ਜਿਹੜੇ ਧਰਨਾ ਦੇ ਰਹੇ ਆ ਤੁਸੀਂ, ਤੁਹਾਡੀ ਯੂਨੀਅਨ ਜਿਹੜੀ ਉੱਤੇ ਪਰਚਾ ਦਰਜ ਕੀਤਾ ਜਾਵੇ। ਉਹ ਜੇ ਦੇਖੋ ਪਰਚਾ ਦਰਜ ਹੁੰਦਾ ਤਾਂ ਪੰਜਾਬ ਤੇ ਕਰ ਦੋ ਫੇਰ ਤਾਂ ਜੀ, ਸਾਰੇ ਪੰਜਾਬ ਤੇ ਕਰ ਦੋ। 3-4 ਹਜ਼ਾਰ ਸਾਡਾ ਮੁਲਾਜ਼ਮ ਹੈਗਾ। ਨਹੀਂ ਮੈਂ ਉਹੀ ਆ ਜੀ, ਡਿਮਾਂਡ ਤੇ ਅਸੀਂ ਬੈਠੇ ਹੋਏ ਆ। ਜਿੱਥੇ ਮਤਲਬ ਇੱਕ ਸਾਡੇ ਵੱਲੋਂ ਕੋਈ ਬੰਦਕ ਨਹੀਂ ਬੁਲਾਇਆ ਗਿਆ ਜੀ ਉਹਨਾਂ ਨੂੰ। ਇੱਕ ਰਸਤਾ ਰੋਕਣ ਦਾ ਸਾਡਿਆਂ ਦਾ ਕੋਈ ਮੁਲਾਜ਼ਮ ਦਾ ਲੈਣਾ ਦੇਣਾ, ਇਹ ਤਾਂ ਮੁਲਾਜ਼ਮ ਹੀ ਆ ਜੀ ਬੈਂਕ ਦੇ। ਅਸੀਂ ਕੀ ਲੈਣਾ ਦੇਣਾ ਇਹਨਾਂ ਤੋਂ? ਸਰ ਇਲੈਕਸ਼ਨ ਪ੍ਰੋਸੈਸ ਹੁੰਦਾ, ਤੁਹਾਨੂੰ ਪਤਾ ਹੋਣਾ, ਤੁਸੀਂ ਵੀ ਡਿਊਟੀਆਂ ਕਰਦੇ ਹੋਵੋਗੇ। ਆਰਓ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਤੁਸੀਂ ਆਰਓ ਨੂੰ ਇੱਕ ਡੱਕਿਆ ਜਾਣ ਤੋਂ ਇਲੈਕਸ਼ਨ ਪ੍ਰਕਿਰਿਆ ਤੁਸੀਂ ਪ੍ਰੂਫ ਕਰੋ ਜੀ, ਸਾਡੇ ਵੱਲੋਂ ਕਿਸੇ ਨੂੰ ਨਹੀਂ ਡੱਕਿਆ। ਨਹੀਂ ਸਾਡੇ ਵੱਲੋਂ ਨਹੀਂ ਡੱਕਿਆ ਗਿਆ। ਸਾਡੇ ਵੱਲੋਂ ਡੱਕਾ ਨਹੀਂ, ਅੰਦਰ ਵੜਨ ਤੋਂ ਰੋਕਿਆ ਗਿਆ। ਉਹਨਾਂ ਨੂੰ ਡਿਮਾਂਡ ਸਰ ਸਾਨੂੰ ਤੁਸੀਂ ਕਿੱਦਾਂ ਆ ਗਏ ਸਾਨੂੰ ਦੱਸੋ। ਦਰਵਾਜ਼ਾ ਖੁਲਵਾ ਉਹ ਵੀ ਦਰਵਾਜ਼ੇ ਰਹੇ, ਪਰ ਸਾਨੂੰ ਕੀ ਪਤਾ ਕਿੱਦਾਂ ਆਏ ਆ। ਤੁਸੀਂ ਮੈਨੂੰ ਮਿਲ ਕੇ, ਮੈਂ ਤੁਹਾਨੂੰ ਰੋਕਿਆ ਭਾਈ ਸਾਹਿਬ? ਤੁਹਾਨੂੰ ਰੋਕਿਆ? ਮੈਂ ਰੋਕਿਆ? ਮੇਰੇ ਵੱਲੋਂ ਹੁਣ ਕੀ ਪਤਾ ਕਿਹੜੇ ਮੁਲਾਜ਼ਮ ਹੋਣਗੇ, ਮੈਂ ਤਾਂ ਨਹੀਂ ਰੋਕਿਆ। ਜਿੰਨੇ ਧਰਨੇ ਦੇਖੇ ਗਏ ਆ ਉਹ ਹੁੰਦੇ ਆ ਪਬਲਿਕ ਪਲੇਸ ਤੇ ਬਾਹਰਲੀ ਸਾਈਡ ਬਾਹਰ ਬੈਠੇ ਸੀਗੇ। ਏਸੀ ਦੇ ਵਿੱਚ ਪਹਿਲਾ ਧਰਨਾ ਦੇਖਿਆ ਗਿਆ, ਕੀ ਕਹਿਣਾ ਇਹਦੇ ਬਾਰੇ?
ਏਸੀ ਵਿੱਚ ਧਰਨਾ ਦਿੱਤਾ, ਉਹ ਤਾਂ ਗਰਮੀ ਕਰਕੇ ਅੰਦਰ ਆ ਗਿਆ ਜੀ, ਬੈਠ ਕੇ ਪ੍ਰੋਟੈਕਸ਼ਨ ਵਿੱਚ ਪਹਿਲਾਂ ਬਾਹਰ ਹੀ ਬੈਠੇ ਹੋਏ ਆ ਸਵੇਰ ਦੇ, ਉੱਥੇ ਰੋਕਿਆ ਗਿਆ। ਆਰਓ ਸਾਹਿਬ ਬਾਹਰ ਚਲ ਗਿਆ, ਸਾਨੂੰ ਨਹੀਂ ਪਤਾ। ਤੁਹਾਡੀ ਹੜਤਾਲ ਸੀਗੀ ਪਰ ਅੰਦਰੋਂ ਜਿੰਦਾ ਲਾਉਣ ਦਾ ਤਾਂ ਕੋਈ ਮਤਲਬ ਨਹੀਂ ਸੀ। ਜਿੰਦਾ ਸਾਡੇ ਵੱਲੋਂ ਤਾਂ ਨਹੀਂ ਬੁਲਾਇਆ ਗਿਆ। ਕੈਮਰੇ ਸਾਡੇ ਕੋਲ ਕੈਮਰਾ ਤਾਂ ਨਹੀਂ ਝੂਠ ਬੋਲ ਰਿਹਾ ਜੀ, ਅਸੀਂ ਬੋਲ ਸਕਦੇ ਕੈਮਰਾ ਤਾਂ ਨਹੀਂ ਬੋਲ ਰਿਹਾ। ਸਵਾਲ ਇਹੀ ਆ ਕਿ ਧਰਨੇ ਅਕਸਰ ਜਿਹੜੇ ਹੈਗੇ ਆ ਉਹ ਬਾਹਰ ਦਿੱਤੇ ਜਾਂਦੇ ਆ। ਬਿਲਕੁਲ ਸਹੀ ਆ ਜੀ। ਅੰਦਰ ਜਿੱਦਾਂ ਸ਼ਾਇਦ ਤੁਹਾਡਾ ਇਹ ਵੇਟਿੰਗ ਹਾਲ ਆ ਜਾਂ ਕੀ ਹੈਗਾ ਇੱਥੇ, ਇਹ ਤਾਂ ਯੂਜ਼ ਹੀ ਨਹੀਂ ਆ ਰਿਹਾ ਜੀ, ਸਾਡਾ ਵੈਸੇ ਰੂਮ ਹੈ, ਕੋਈ ਯੂਜ਼ ਨਹੀਂ ਆ ਰਿਹਾ। ਨਹੀਂ ਅੰਦਰੋਂ ਨਹੀਂ ਦਿੱਤਾ ਜੀ। ਬੜੀ ਠੰਡਕ ਵਾਲਾ ਬੜਾ ਵਧੀਆ ਮਾਹੌਲ ਆ। ਦੇਖੋ ਸਰ, ਤੁਸੀਂ ਆਏ ਲੇਟ, ਜੇ ਸਵੇਰੇ ਆਂਦੇ ਸਾਰੇ ਬਾਹਰ ਹੀ ਬੈਠੇ ਹੋਏ ਸੀਗੇ, ਅਸੀਂ 2-2.5 ਘੰਟੇ ਬਾਹਰ ਹੀ ਬੈਠੇ ਰਹੇ ਆ। ਗੱਦੇ ਚਾਦਰਾਂ ਬਾਹਰ ਦੇਖੀਆਂ, ਡਾਈਜ਼ ਬਾਹਰ ਦੇਖਿਆ। 9 ਤੋਂ 5 ਧਰਨਾ ਤਾਂ 9 ਤੋਂ 5 ਬਾਹਰ ਹੀ ਬਹਿਣਾ ਜੀ, ਇਹ ਥੋੜੀ 2 ਘੰਟੇ ਬਾਹਰ ਬਹਿ ਕੇ ਬਾਕੀ ਨਹੀਂ ਕਲਮ ਛੋੜਿਆ ਜੀ, ਕਲਮ ਛੋੜਿਆ ਸਾਡੀ, ਕਲਮ ਛੋੜਿਆ ਜਿੰਦਾ ਸਾਡੇ ਵੱਲੋਂ ਨਹੀਂ ਇਸ ਹਿਸਾਬ ਨਾਲ ਲਾਇਆ ਗਿਆ, ਸਾਡੀ ਕਲਮ ਛੋੜ ਚੱਲਦੀ। ਮੈਂ ਸਤਵਿੰਦਰਪਾਲ ਸਿੰਘ ਢੱਟ, ਸਾਬਕਾ ਚੇਅਰਮੈਨ ਸੈਂਟਰਲ ਕੋਆਪਰੇਟਿਵ ਬੈਂਕ ਹੁਸ਼ਿਆਰਪੁਰ। ਅੱਜ ਸੈਂਟਰਲ ਕੋਆਪਰੇਟਿਵ ਬੈਂਕ ਇਲੈਕਸ਼ਨ ਜਿਹੜੀ ਆ ਚੱਲ ਰਹੀ ਆ। 16 ਤਰੀਕ ਨੂੰ ਇੱਥੇ ਮਤੇ ਜਿਹੜੇ ਲਾਸਟ ਸਭਾਵਾਂ ਨੇ ਜਮ੍ਹਾਂ ਕਰਾਉਣੇ ਸੀ, ਜਿਹੜੀਆਂ ਵੋਟਾਂ ਬਣਨੀਆਂ, ਬਹੁਤ ਵਧੀਆ ਢੰਗ ਨਾਲ ਉਦੋਂ ਤੱਕ ਇਲੈਕਸ਼ਨ ਹੋਈ ਆ। ਸਾਰੇ ਮਤੇ ਬਣ ਗਏ, ਮਤਿਆਂ ਤੋਂ ਬਾਅਦ ਬਾਹਰ ਲਿਸਟਾਂ ਲੱਗ ਗਈਆਂ। ਲਿਸਟਾਂ ਤੋਂ ਬਾਅਦ ਅੱਜ ਨੋਮੀਨੇਸ਼ਨ ਦਾ ਸਮਾਂ ਸੀਗਾ 9 ਵਜੇ ਤੋਂ ਲੈ ਕੇ 1 ਵਜੇ ਤੱਕ, ਰੇਲਵੇ ਰੋਡ ਹੁਸ਼ਿਆਰਪੁਰ ਦੇ ਮੁੱਖ ਦਫ਼ਤਰ ਸੈਂਟਰਲ ਕੋਆਪਰੇਟਿਵ ਬੈਂਕ ਦੇ। ਅਸੀਂ ਜਦੋਂ 8:30 ਹੀ ਆ ਕੇ ਅਸੀਂ ਲਾਈਨਾਂ 'ਚ ਖੜ ਗਏ, ਵੱਖ-ਵੱਖ ਜ਼ੋਨਾਂ ਦੇ ਜਿਹੜੇ ਉਮੀਦਵਾਰ ਸੀ। ਮੈਂ ਖੁਦ ਤਾਂ ਇਲੈਕਸ਼ਨ ਨਹੀਂ ਲੜ ਰਿਹਾ, ਪਰ ਜਿਹੜੇ ਬੰਦੇ ਇਲੈਕਸ਼ਨ ਲੜ ਰਹੇ ਆ ਉਹਨਾਂ ਨੂੰ ਸਪੋਰਟ ਕਰਦੇ ਸੀਗੇ, ਜਿਹੜੇ ਪੁਰਾਣੇ ਵੀ ਤੇ ਨਵੇਂ ਵੀ ਬੰਦੇ ਜ਼ੋਨਾਂ 'ਚ ਆਪਣੇ ਕਲੀਅਰ ਕਰਦੇ ਆ। ਤੇ ਜਦੋਂ ਅਸੀਂ ਲਗਾਤਾਰ 9 ਵਜੇ ਤੋਂ ਅੰਦਰ ਵੜ ਕੇ ਇਹ ਸਾਰੇ ਜਾਣੇ ਅਸੀਂ ਕੋਸ਼ਿਸ਼ ਕਰ ਰਹੇ ਸੀਗੇ ਕਿ ਆਪਣੇ ਨੋਮੀਨੇਸ਼ਨ ਪੇਪਰ ਦਾਖਲ ਕਰਾਈਏ, ਤਾਂ ਸਾਨੂੰ ਮੁਲਾਜ਼ਮਾਂ ਵੱਲੋਂ ਦੱਸਿਆ ਗਿਆ ਕਿ ਆਰਓ ਸਾਹਿਬ ਤੇ ਆਏ ਨਹੀਂ। ਮੈਂ ਮਾਨਯੋਗ ਰਜਿਸਟਰਾਰ ਕੋਆਪਰੇਟਿਵ ਸਹਿਕਾਰੀ ਸਭਾਵਾਂ ਨਾਲ ਗੱਲ ਕੀਤੀ, ਉਹਨਾਂ ਨੇ ਕਿਹਾ ਮੈਂ ਹੁਣੇ ਪਤਾ ਕਰਦਾ। ਫਿਰ ਮੈਂ ਦੁਬਾਰਾ ਫੋਨ ਕੀਤਾ ਤੇ ਉਹਨਾਂ ਨੇ ਮੈਨੂੰ ਕਿਹਾ, ਮੈਂ ਕਿਹਾ ਜੀ 10:30 ਹੋ ਗਏ, 1 ਘੰਟਾ ਹੋ ਗਿਆ। ਉਹ ਕਹਿੰਦੇ ਤੁਸੀਂ ਮੈਨੂੰ ਫੋਨ ਕਰਕੇ ਮਿਸਗਾਈਡ ਕਰ ਰਹੇ ਹੋ, ਬੰਦੇ ਤਾਂ ਸਾਡੇ ਉੱਥੇ ਬੈਠੇ ਆ। ਉਹਨੇ ਆਪਣਾ ਅੰਦਰੋਂ ਸਾਨੂੰ ਮੋਬਾਈਲ ਤੇ ਦਿੱਤੀ ਆ, ਜਦ ਕਿ ਉਹਨਾਂ ਨੇ ਮੈਨੂੰ ਮੋਬਾਈਲ ਨੰਬਰ ਵੀ ਦਿੱਤਾ। ਅਸੀਂ ਬਾਰ-ਬਾਰ ਮੋਬਾਈਲ ਟਰਾਈ ਕੀਤਾ, ਪਰ ਸਾਡੇ ਮੋਬਾਈਲ ਤੇ ਨੂੰ ਕਿਸੇ ਨੇ ਪਿਕ ਨਹੀਂ ਕੀਤਾ। ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਕਿਸੇ ਸੋਰਸਿਸ ਤੋਂ ਕਿ ਉਹਨਾਂ ਨੂੰ ਸਾਬਕਾ ਚੇਅਰਮੈਨ ਬੈਂਕ ਦੇ ਆਫਿਸ ਦੇ ਵਿੱਚ ਉਹਨਾਂ ਨੂੰ ਬਿਠਾਲ ਕੇ ਤੇ ਮੋਹਰੇ ਮੁਲਾਜ਼ਮ ਸਟ੍ਰਾਈਕ ਤੇ ਬਹਿ ਕੇ ਮੁਲਾਜ਼ਮਾਂ ਨੇ ਜਿੰਦਾ ਲਾਤਾ। ਤੇ ਮੈਂ ਆ ਕੇ ਮੁਲਾਜ਼ਮਾਂ ਨੂੰ ਰਿਕੁਐਸਟ ਕੀਤੀ ਵੀ ਭਾਈ ਸਾਹਿਬ ਇਹ ਗੱਲ ਨਜਾਇਜ਼ ਆ, ਤੁਹਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਤੇ ਸ਼ਾਬਾਸ਼ ਮੁਲਾਜ਼ਮਾਂ ਨੇ, ਜਿਨ੍ਹਾਂ ਨੇ ਮੇਰੀ ਰਿਕੁਐਸਟ ਮੰਨਦੇ ਹੋਏ ਇਹ ਜਿਹੜਾ ਉਹਨਾਂ ਨੂੰ ਸਾਈਡ ਤੇ ਸਾਨੂੰ ਰਸਤਾ ਦੇ ਕੇ ਅੰਦਰ ਜਾਣ ਦਾ ਮੌਕਾ ਦਿੱਤਾ। ਉਹਨਾਂ ਵਿੱਚੋਂ ਬਹੁਤੇ ਮੁਲਾਜ਼ਮ ਇਗਨੋਰੈਂਟ ਸੀਗੇ, ਸ਼ਾਇਦ ਕੋਈ ਮੁਲਾਜ਼ਮਾਂ ਦੇ ਮੁੱਖ ਜਾਂ ਜਿਹੜੇ ਕੋਈ 2-3 ਸਾਜ਼ਿਸ਼ਕਰਤਾ ਹੁਣ ਜਿਨ੍ਹਾਂ ਨੇ ਇੱਥੇ ਮੁਲਾਜ਼ਮਾਂ ਨੂੰ ਲਿਆ ਕੇ ਬਿਠਾਇਆ ਉਹਨਾਂ ਨੂੰ ਪਤਾ ਹੋਊਗਾ, ਪਰ ਬਾਕੀ ਮੁਲਾਜ਼ਮਾਂ ਨੇ ਮੇਰੀ ਗੱਲ ਨਾਲ ਸਹਿਮਤ ਹੋ ਕੇ ਸਾਨੂੰ ਅੰਦਰ ਆਉਣ ਦਾ ਮੌਕਾ ਦਿੱਤਾ। ਜਦ ਸਵਾਲ ਉਹੀ ਆ ਕਿ ਮੁਲਾਜ਼ਮਾਂ ਨੇ ਆਪਣਾ ਧਰਨਾ ਦੇਣਾ ਸੀਗਾ, ਧਰਨਾ ਤੇ ਉਹ ਗੇਟ ਤੇ ਦੇਣਾ ਚਾਹੀਦਾ ਸੀ, ਕਿਉਂਕਿ ਇਲੈਕਸ਼ਨ ਪ੍ਰੋਗਰਾਮ ਆ ਉਹ ਬਹੁਤ ਹੀ ਸੀਰੀਅਸ ਪ੍ਰੋਗਰਾਮ ਹੁੰਦਾ। ਹਾਂਜੀ, ਉਹ ਸੀਰੀਅਸ ਪ੍ਰੋਗਰਾਮ ਹੁੰਦਾ। ਉਸ ਪ੍ਰੋਗਰਾਮ ਦੇ ਵਿੱਚ ਜਿਹੜਾ ਵਿਘਨ ਪਾਉਣਾ ਉਹ ਠੀਕ ਨਹੀਂ ਆ। ਅਸੀਂ ਅੰਦਰ ਜਾ ਕੇ ਦੇਖਿਆ ਤੇ ਮੁਲਾਜ਼ਮ ਸ਼ਾਂਤੀ ਨਾਲ ਬੈਠੇ ਸੀਗੇ। ਅਸੀਂ ਉਹਨਾਂ ਨੂੰ ਪੁੱਛਿਆ ਵੀ ਇਹ ਕੀ ਗੱਲ ਆ, ਤੇ ਉਹਨਾਂ ਨੇ ਪਹਿਲੀ ਸੱਟੀ ਸਗੋਂ ਮੈਨੂੰ ਆਪਣੇ ਆਰਓ ਸਾਹਿਬ ਨੇ ਕਿਹਾ ਕਿ ਸਾਨੂੰ ਤਾਂ ਇੱਥੇ ਬੰਦਕ ਬਣਾਇਆ ਹੈ ਜੀ। ਪਰ ਜਦੋਂ ਤੁਸੀਂ ਸਾਰੇ ਮੁਲਾਜ਼ਮਾਂ ਦੇ ਸਾਹਮਣੇ ਮੈਂ ਇਹ ਕਿਹਾ ਵੀ ਬਹੁਤ ਮਾੜੀ ਗੱਲ ਆ ਬੰਦਕ ਬਣਾਉਣ ਦੀ, ਤਾਂ ਹੁਣ ਤੱਕ ਭਾਵੇਂ ਉਹ ਆਪਣੇ ਉਸ ਗੱਲ ਸਪਸ਼ਟ ਕਰਨ, ਪਰ ਮੈਂ ਇਹ ਸਮਝਦਾ ਕਿ ਜਿਹੜੀਆਂ ਇਹ ਕੋਆਪਰੇਟਿਵ ਸਹਿਕਾਰੀ ਸਭਾਵਾਂ ਦੀਆਂ ਚੋਣਾਂ ਆ ਉਹ ਲੋਕਾਂ ਦੀਆਂ ਨੁਮਾਇੰਦਗੀ ਆ। ਸਾਨੂੰ ਉਮੀਦ ਨਹੀਂ ਸੀ ਜਿਹੜੀ ਨਵੀਂ ਬਣੀ ਪੰਜਾਬ ਦੀ ਸਰਕਾਰ ਕਿ ਉਹ ਇਸ ਤਰ੍ਹਾਂ ਕਿਸੇ ਦੇ ਸਾਜ਼ਿਸ਼ ਰਚ ਕੇ, ਮੈਨੂੰ ਇਹ ਲੱਗਦਾ ਹੈ ਕਿ ਬਹੁਤ ਵੱਡੀ ਸਾਜ਼ਿਸ਼ ਆ। ਆਉਣ ਵਾਲੇ ਦਿਨਾਂ 'ਚ ਇਹਦਾ ਪਤਾ ਲੱਗ ਜਾਊਗਾ। ਮੈਂ ਆਲਰੇਡੀ ਇਸ ਸੰਬੰਧ ਦੇ ਵਿੱਚ ਹਾਈ ਕੋਰਟ 'ਚ ਗਿਆ ਆ, ਕੱਲ ਵੀ ਡੇਟ ਸੀ, ਅੱਜ ਵੀ ਸਾਡੀ ਹਾਈ ਕੋਰਟ ਡੇਟ ਆ। ਵਕੀਲ ਸਾਹਿਬ ਜ਼ਿਆਦਾ ਦੱਸ ਸਕਦੇ ਆ ਕਿ ਇਹ ਜਿਹੜੀ ਇਲੈਕਸ਼ਨ ਆ ਸਾਨੂੰ ਪਹਿਲਾਂ ਤੋਂ ਹੀ ਖਦਸ਼ਾ ਸੀਗਾ ਕਿ, ਔਰ ਮੈਨੂੰ ਇਹ ਗੱਲ ਮੁੱਕੀ ਨਹੀਂ ਆ। ਅੱਜ ਕਾਗਜ਼ ਦਾਖਲ ਹੋਏ ਆ, ਸਾਨੂੰ ਉਮੀਦ ਆ ਕਿ ਸਾਡੇ ਬੰਦਿਆਂ ਦੇ ਕੱਲ ਜਾਂ ਪਰਸੋਂ ਤੱਕ ਇਹਨਾਂ ਨੇ ਕਾਗਜ਼ ਵੀ ਰਿਜੈਕਟ ਕਰ ਦੇਣੇ ਆ, ਜਦ ਕਿ ਅਸੀਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਆ ਤੇ ਸਰਕਾਰੀ ਤੇ ਰਲੇ ਬੰਦੇ ਉਹਨਾਂ ਨੇ ਚੱਕ ਕੇ ਇਦਾਂ ਹੀ ਮੈਂਬਰ ਬਣਾਏ ਆ। ਸਿਕਿਉਰਿਟੀ ਪਰਪਸ ਦੀ ਗੱਲ ਕਰੀਏ, ਆਪਾਂ ਦੇਖਦੇ ਆ ਕਿ ਜਦੋਂ ਆਮ ਤੌਰ ਤੇ ਕੁਝ ਵੀ ਹੁੰਦਾ ਫਲੈਗ ਮਾਰਚ ਵੱਡੇ ਪੱਧਰ ਤੇ ਕੀਤੇ ਜਾਂਦੇ ਨੇ, ਚਲੋ ਇਹ ਛੋਟੀਆਂ ਚੋਣਾਂ, ਪਰ ਲੱਗਦਾ ਨਹੀਂ ਸਿਕਿਉਰਿਟੀ ਪਰਪਸ ਨੂੰ ਲੈ ਕੇ ਕੋਈ 2, 4, 5, 7 ਮੁਲਾਜ਼ਮ ਇੱਥੇ ਪਹਿਲੇ ਜਿਹੜੇ ਆਰਓ ਸਾਹਿਬ ਨੂੰ ਜਿਹੜੇ ਇੱਥੇ ਐਡਵਰਟ ਕਰਨੇ ਚਾਹੀਦੇ ਸਰ। ਇਹ ਚੋਰ ਦਰਵਾਜ਼ੇ ਰਾਹੀਂ ਗਲਤ ਬੰਦਿਆਂ ਦਾ ਜਿਹੜਾ ਕਬਜ਼ਾ ਕਰਾਉਣ ਦਾ ਇਹ ਯਤਨ ਕੀਤਾ ਗਿਆ ਬੈਂਕ ਦੇ ਵਿੱਚ। ਜਿਹੜੇ ਲੋਕ ਪੁਰਾਣੇ ਟਰੂ ਕੋਆਪਰੇਟਰ ਆ ਉਹਨਾਂ ਨੂੰ ਅੰਦਰ ਆਉਣ ਤੋਂ ਰੋਕਣ ਲਈ ਇਹ ਸਾਜ਼ਿਸ਼ ਰਚੀ ਗਈ ਆ। ਆਉਣ ਵਾਲੇ ਦਿਨਾਂ 'ਚ ਆਪਾਂ ਹਾਈ ਕੋਰਟ ਦੇ ਵਿੱਚ ਜਾ ਕੇ ਇਹਦੇ ਸੰਬੰਧ ਦੇ ਵਿੱਚ ਮਾਨਯੋਗ ਹਾਈ ਕੋਰਟ ਸਾਹਿਬ ਤੋਂ ਵਕੀਲ ਸਾਹਿਬ ਨਾਲ ਜਾ ਕੇ ਹੋਰ ਸਾਰੇ ਆਪਾਂ ਉਹਨਾਂ ਦੇ ਧਿਆਨ 'ਚ ਸਾਰੀ ਗੱਲ ਲਿਆਵਾਂਗੇ ਜੋ ਵੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ। ਪਰ ਮੈਨੂੰ ਇਹ ਪ੍ਰੈਸ ਦੀ ਮੀਡੀਆ ਰਾਹੀਂ ਦੱਸਣਾ ਚਾਹੁੰਦਾ ਕਿ ਹੁਣ ਇਸ ਤੋਂ ਬਾਅਦ ਇਹਨਾਂ ਕਾਗਜ਼ਾਂ ਦੀ ਸਕਰੂਟਨਿੰਗ ਆ 3 ਵਜੇ
ਉਦੋਂ ਬਾਅਦ ਫਿਰ ਇਹਨਾਂ ਨੇ ਆਬਜੈਕਸ਼ਨਸ ਲੱਗਣੇ ਆ 22 ਤਰੀਕ ਨੂੰ ਇਤਰਾਜ਼ਾਂ ਦੀ ਸੁਣਵਾਈ ਆ। ਤੁਸੀਂ ਉਦੋਂ ਵੀ ਇਦਾਂ ਹੀ ਸਾਥ ਦਿਓ। ਸਾਨੂੰ ਲੱਗਦਾ ਕਿ ਸਾਡੇ ਨਾਲ ਧੱਕੇਸ਼ਾਹੀ ਹੋਊਗੀ। ਸਾਡਾ ਮੀਡੀਆ ਜਿਹੜਾ ਇੱਕ ਚੌਥਾ ਪਿੱਲਰ ਆ, ਸਤੰਭ ਆ ਜਿਹੜਾ ਆਪਣੇ ਸਾਡੇ ਜਿਹੜੀ ਡੈਮੋਕ੍ਰੇਸੀ ਆ ਉਹਦਾ। ਉਮੀਦ ਆ ਕਿ ਤੁਸੀਂ ਸਾਡਾ ਸਾਥ ਦਿਓਗੇ ਔਰ ਆਉਣ ਵਾਲੇ ਦਿਨਾਂ 'ਚ ਵੀ ਇਸੇ ਤਰ੍ਹਾਂ। ਤੁਸੀਂ ਮੰਗ ਕੀ ਕਰਦੇ ਹੋ ਜਿਹੜੀ 3 ਘੰਟੇ ਇਹਨਾਂ ਧਰਨਾਕਾਰੀਆਂ ਦੀ ਵਜ੍ਹਾ ਦੇ ਨਾਲ VOTING ਪ੍ਰਕਿਰਿਆ ਸ਼ੁਰੂ ਹੋਈ ਲੇਟ, ਹਾਂਜੀ, ਕਿ ਸਰਕਾਰ ਨੂੰ ਆਰਓ ਸਾਹਿਬ ਨੂੰ ਕੋਈ ਪਰਚਾ ਦਰਜ ਕਰਵਾਉਣਾ ਚਾਹੀਦਾ? ਜ਼ਰੂਰ। ਇਹਦਾ ਇਹ ਆਰਓ ਸਾਹਿਬ ਮਾਣਯੋਗ ਇੱਥੇ ਦੇ ਤੇ ਇੱਥੇ ਦੀ ਯੂਨੀਅਨ ਇਹ ਸਪਸ਼ਟ ਕਰੇ ਵੀ ਜਿਹੜੇ 3 ਘੰਟੇ ਸਾਡੀ ਜਿਹੜੀ ਇਹ ਡਿਲੇ ਹੋਈ ਆ 4 ਘੰਟੇ 3.5 ਘੰਟੇ ਤੇ ਉਹਦਾ ਕੀ ਮਤਲਬ? ਉਹਦੇ 'ਚ ਬਹੁਤ ਸਾਰੇ ਬੰਦੇ ਰਹਿ ਗਏ ਹੋਣਗੇ ਨੋਮੀਨੇਸ਼ਨ ਭਰਨ ਤੋਂ, ਤੇ ਜਾਂ ਹੋਰ ਬੰਦੇ ਉਹਨਾਂ ਨੂੰ ਕਿਵੇਂ ਕੰਪਨਸੇਟ ਕਰਦੇ ਆ? ਇਹ ਤਾਂ ਇਹਨਾਂ ਨੂੰ ਇਹੋ ਜਵਾਬ ਦੇਣਾ। ਆਖਰੀ ਸਵਾਲ ਆ, ਪਹਿਲਾਂ ਜਦੋਂ ਮੀਡੀਆ ਨਾਲ ਤੁਸੀਂ ਅੰਦਰ ਜਾਂਦੇ ਹੋ ਤਾਂ ਆਰਓ ਸਾਹਿਬ ਵੱਲੋਂ ਕਿਹਾ ਜਾਂਦਾ ਸਿੱਧਾ ਤੌਰ ਤੇ ਕਿ ਮੈਨੂੰ ਬੰਦਕ ਬਣਾਇਆ ਜਾਂਦਾ। ਦੁਬਾਰਾ ਮੀਡੀਆ ਨਾਲ ਗੱਲਬਾਤ ਕੀਤੀ, ਉਹ ਮੁੱਕਰਦੇ ਕਹਿੰਦੇ ਮੈਨੂੰ ਬੰਦਕ ਨਹੀਂ ਬਣਾਇਆ। ਚਲੋ ਜੀ, ਉਹ ਦੱਸਣਗੇ। ਮੀਡੀਆ ਸਾਰਾ ਸੱਚਾਈ ਜਾਣਦਾ, ਸਾਰਾ ਕੁਝ ਤੁਹਾਡੇ ਸਾਹਮਣੇ ਹੋਇਆ, ਤੁਸੀਂ ਆਪ ਦੇ। ਇੱਥੇ ਆ ਕੇ ਮੈਨੂੰ ਦੇਖੋ ਮੁਕੇਰੀਆਂ ਫੋਨ ਗਿਆ ਕਿ ਇੱਥੇ 9:30 ਵਜੇ ਦੇ ਅਸੀਂ ਨੋਮੀਨੇਸ਼ਨ ਪੇਪਰ ਫਾਈਲ ਕਰਨ ਲਈ ਖੜੇ ਆ, ਲੇਕਿਨ ਦਰਵਾਜ਼ਾ ਨਹੀਂ ਖੋਲ੍ਹਿਆ ਜਾ ਰਿਹਾ। ਜਿਹੜਾ ਨੋਮੀਨੇਸ਼ਨ ਲੈਣ ਵਾਲਾ ਇਲੈਕਸ਼ਨ ਇੰਚਾਰਜ ਹੈ ਉਹ ਅੰਦਰ ਲੁੱਕ ਕੇ ਬੈਠਾ, ਦਰਵਾਜ਼ਾ ਨਹੀਂ ਖੋਲ੍ਹ ਰਹੇ। ਉਹ ਇਹ ਸਰਾਸਰ ਲੋਕਾਂ ਨਾਲ ਧੋਖਾ ਹੈ, ਧੱਕਾ ਹੈ। ਫਿਰ ਲੋਕਾਂ ਨੇ ਮਤਲਬ ਇੱਥੇ ਆ ਕੇ ਧਰਨਾ ਲਾਇਆ, ਰੌਲਾ ਰੱਪਾ ਪਾਇਆ ਤੇ ਫਿਰ ਇਹਨਾਂ ਦਰਵਾਜ਼ਾ 12 ਵਜੇ ਖੋਲ੍ਹਿਆ ਔਰ ਹੁਣ ਨੋਮੀਨੇਸ਼ਨ ਲੈਣੇ ਨਹੀਂ। ਤੇ ਇਹਨਾਂ ਦੀ ਪਾਲਿਸੀ ਸੀ ਕਿ ਹਾਂ ਵੀ ਅਸੀਂ ਨੋਮੀਨੇਸ਼ਨ ਕਿਸੇ ਦਾ ਲਈਏ ਨਾ, ਤਾਂ ਕਿ ਅਸੀਂ ਸਰਕਾਰ ਦੇ ਬੰਦਿਆਂ ਨੂੰ ਬਗੈਰ ਮੁਕਾਬਲਾ ਜਿਤਾ ਦਈਏ। ਅਸੀਂ ਇਹ ਕੰਮ ਨਹੀਂ ਹੋਣ ਦੇਣਾ। ਲੋਕਤੰਤਰ ਦੀ ਮਰਿਆਦਾ ਹੈ ਕਿ ਹਾਂ ਵੀ ਤੁਸੀਂ ਨੋਮੀਨੇਸ਼ਨ ਲਵੋ, ਕੋਈ ਜਿੱਤੇ ਕੋਈ ਹਰੇ ਉਹ ਵੱਖਰੀ ਗੱਲ ਹੈ। ਨੋਮੀਨੇਸ਼ਨ ਕਿਉਂ ਨਹੀਂ ਲੈ ਗਏ? ਆਰਓ ਸਾਹਿਬ ਅੰਦਰ ਬੈਠੇ ਰਹੇ 3 ਘੰਟੇ। ਹੁਣ ਉਹਨਾਂ ਵੱਲੋਂ ਇੱਕ ਗੱਲ ਕਹੀ ਗਈ ਕਿ ਮੁਲਾਜ਼ਮ ਜੋ ਧਰਨਾ ਦੇ ਰਹੇ ਆ ਮੈਨੂੰ ਬੰਦਕ ਬਣਾਇਆ ਗਿਆ ਇਹਨਾਂ ਵੱਲੋਂ, ਜਿਸ ਤੇ ਕਿ ਬਕਾਇਦਾ ਮੈਂ ਜ਼ਿਲ੍ਹਾ ਪੁਲਿਸ ਮੁਖੀ ਯਾਨੀ ਕਿ SSP ਸਾਹਿਬ ਨੂੰ ਸ਼ਿਕਾਇਤ ਵੀ ਦਿੱਤੀ ਹੈ। ਦੇਖੋ ਆਰਓ ਸਾਹਿਬ ਜਿਹੜੇ ਆ ਜੋ ਆਪਣੇ ਮਨ ਨਾਲ ਜੋ ਮਰਜ਼ੀ ਕਰਦੇ ਰਹਿਣ। ਮੈਨੂੰ ਮੁਕੇਰੀਆਂ ਅਗਰ ਟੈਲੀਫੋਨ ਗਿਆ ਕਿ MLA ਸਾਹਿਬ ਇਹ ਧੱਕਾ ਹੋ ਰਿਹਾ, ਨੋਮੀਨੇਸ਼ਨ ਪੇਪਰ ਨਹੀਂ ਲਏ ਜਾ ਰਹੇ, ਤੇ ਮੈਂ ਉਸੇ ਵੇਲੇ ਚੱਲ ਕੇ ਪੌਣੇ ਘੰਟੇ ਦੇ ਵਿੱਚ ਇੱਥੇ ਪਹੁੰਚਿਆ। तो उस वेले इन्हां दा दरवाजा खुलिया, हुण नोमीनेशन लैने शुरू कीते आ। आरओ साहब जो बोल रहे झूठ बोल रहे, किसी का कोई धक्का नहीं। ये लोग लोकतंत्र की राखी वास्ते सारे बैठे। SSP साहब वालों बकायदा चिट्ठी भेजी गई, उन्होंने वालों सिक्योरिटी की मांग की गई सी। SSP ने उन्होंने लिखती तौर पर जवाब भेजा, उन्होंने फोन के चिट्ठी आई है कि मेरे कोल सिक्योरिटी है नहीं इस वक्त। और सिक्योरिटी इन्हां नूं पहले प्रबंध करना चाहिए सी। सिक्योरिटी का प्रबंध इन्हां नूं पहले चाहिए सी, क्यों नहीं किया इन्हां ने? और अपने वालों धक्का शुरू करता लोगों को बेवकूफ़ बनाने वास्ते। जेडे लोगों ने तैयारी की चुनाव लड़न की, ਇਹਦਾ मतलब ਐਵੇਂ ਹੀ ਆ ਲੋਕ देश के नागरिक नहीं। एक पासे ਤਾਂ ਰਿਟਰਨਿੰਗ ਅਫਸਰ ਸਾਹਿਬ ਵੱਲੋਂ ਕਿਹਾ ਜਾ ਰਿਹਾ ਸੀ ਮੈਨੂੰ ਅੰਦਰ ਬੰਦਕ ਬਣਾਇਆ ਹੋਇਆ ਹੈ, ਤੇ ਬਾਹਰ ਧਰਨਾ ਤੇ ਪ੍ਰਦਰਸ਼ਨਕਾਰੀ ਜਿਹੜੇ ਬੈਠੇ ਹੋਏ ਸੀਗੇ ਉਹ ਕਹਿ ਰਹੇ ਸੀਗੇ ਜੀ ਅੰਦਰ ਕੋਈ ਵੀ ਨਹੀਂ ਹੈ। ਤੇ ਲੱਗਦਾ ਕੋਈ ਇਹਨਾਂ ਦੀ ਮਿਲੀ ਭੁਗਤ ਜਾਂ ਕੋਈ ਪੋਲੀਟੀਕਲ ਦੇਖੋ ਇਹ ਸਰਕਾਰ ਦੇ ਨਾਲ ਇਹ ਰਲੇ ਦੇ ਆ, ਮਿਲੀ ਭੁਗਤ ਆ ਸਾਰੀ। ਜਦ ਦਰਵਾਜ਼ਾ ਇਹਨਾਂ ਨੇ ਖੋਲ੍ਹਣਾ, ਅੰਦਰ ਬੈਠੇ ਆ ਲੁੱਕ ਕੇ ਬੈਠੇ ਦੇ ਲੋਕਾਂ ਕੋਲੋਂ कि हाँ भी सानू को नोमीनेशन ना दे। ये तो लोग दरवाजा तो इन्होंने खोलिया ताइयों लोग अंदर बड़े, नहीं तो जे दरवाजा खोल देते बाहर धरना लाने की जरूरत क्यों पैंदी? इन्हां दा सारा कसूर। मेरा नाम भुपिंदर सिंह है जी, मैं अमृतसर तो हाँ, डिप्टी रजिस्ट्रार कोआपरेटिव सोसाइटी अमृतसर। ਅੱਜ ਤੁਹਾਡੀ ਇੱਥੇ ਕਾਰੀ ਡਿਊਟੀ ਸੀ ਸਰ? ਅੱਜ ਮੇਰੀ ਰਿਟਰਨਿੰਗ ਅਫਸਰ ਦੀ ਇੱਥੇ ਬੈਂਕ ਦੀ ਇਲੈਕਸ਼ਨ ਹੈ, ਸੈਂਟਰਲ ਕੋਆਪਰੇਟਿਵ ਬੈਂਕ ਸਾਡਾ, ਉਹਦੇ ਚ ਮੇਰੀ ਰਿਟਰਨਿੰਗ ਅਫਸਰ ਦੀ ਡਿਊਟੀ। ਤੇ ਉਹਦੀ ਟਾਈਮਿੰਗ ਕੀ ਸੀ ਸਰ? ਉਹਦੀ ਟਾਈਮਿੰਗ 9:30 ਤੋਂ ਲੈ ਕੇ 1 ਵਜੇ ਤੱਕ ਨੋਮੀਨੇਸ਼ਨ ਪੇਪਰ ਲੈਣ ਦੀ ਸੀ। ਲੇਟ ਪ੍ਰਕਿਰਿਆ ਸ਼ੁਰੂ ਹੋਈ, ਕੀ ਕਾਰਨ ਹੋ ਗਿਆ? ਉਸ ਦਾ ਕਾਰਨ ਸੀ ਕਿ ਅਸੀਂ ਆਪਣੇ ਟਾਈਮ ਸਿਰ 9 ਵਜੇ ਬੈਂਕ ਦੇ ਅੰਦਰ ਆ ਗਏ ਸੀ। ਜਦੋਂ ਮੈਂ ਅੰਦਰ ਆਇਆ ਉਸੇ ਵੇਲੇ ਇਹਨਾਂ ਨੇ, ਮੈਨੂੰ ਨਹੀਂ ਪਤਾ ਇਹ ਪਹਿਲਾਂ ਬਾਅਦ ਚ ਪਤਾ ਲੱਗਿਆ ਵੀ ਕਰਮਚਾਰੀ ਤੋਂ ਆਪਣੀਆਂ ਮੰਗਾਂ ਸਰਕਾਰ ਕੋਲੋਂ ਮੰਗ ਰਹੇ ਨੇ। ਕੁਝ ਉਹ ਸ਼ਾਮਲ ਸੀ, ਕੁਝ ਜਨਰਲ ਪਬਲਿਕ ਸੀ, ਮੈਨੂੰ ਜੋ ਪਤਾ ਲੱਗਿਆ। ਤੇ ਇਹਨਾਂ ਨੇ ਬਾਹਰੋਂ ਗੇਟ ਮਾਰ ਦਿੱਤਾ ਤੇ ਸਾਨੂੰ ਆਪਣੀ ਕਾਰਵਾਈ ਤੋਂ ਰੋਕ ਹਾਊਸ ਅਰੈਸਟ ਇੱਥੇ ਕੀਤਾ, ਇਹਨਾਂ ਬੰਦਕ ਬਣਾ ਲਿਆ ਤੁਹਾਨੂੰ? ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਇਹ ਜਦੋਂ ਸਟ੍ਰਾਈਕ ਕਰਦੇ ਆ ਆਪਣੀ ਤਰ੍ਹਾਂ ਦੀ ਮੰਗਾਂ ਦੀਆਂ, ਤੇ ਉਹਨਾਂ ਨੂੰ ਬੈਂਕ ਬੰਦ ਉਹਨਾਂ ਨੇ ਕੀਤਾ ਸੀ, ਤੇ ਮੈਂ ਅੰਦਰੋਂ ਬੰਦ ਸੀ। ਇਹਦੇ ਲਈ ਮੈਂ ਨਹੀਂ ਕਹਿ ਸਕਦਾ ਕੁਝ ਵੀ। ਇਹਦੇ ਲਈ ਮੈਂ SSP ਸਾਹਿਬ ਨੂੰ ਲਿਖਿਆ ਸੀ, ਉਹਨਾਂ ਨੇ ਲਿਖਿਆ ਕਿ ਉਹਨਾਂ ਦੀ ਜਿਹੜੀ ਆ ਮੌਕੇ ਦੇ ਉੱਤੇ ਦੱਸਿਆ ਗਿਆ ਵਾ ਸਾਨੂੰ ਵੀ ਸਿਕਿਉਰਿਟੀ ਫੋਰਸ ਨਹੀਂ ਆਈ। ਠੀਕ ਹੈ, ਕਾਰਨ ਕਿਸੇ ਸਿਕਿਉਰਿਟੀ ਮੰਗਣ ਦਾ ਸਰ? ਸਿਕਿਉਰਿਟੀ ਕਰਨ ਦਾ ਕਿਉਂਕਿ ਜਦੋਂ ਵੀ ਕੋਈ ਇਲੈਕਸ਼ਨ ਹੁੰਦੀ ਆ, ਦੋ ਪਾਰਟੀਆਂ ਜਾਂ ਤਿੰਨ ਚਾਰ ਅਪੋਜ਼ਿਟ ਹੁੰਦੀਆਂ, ਤੇ ਸਾਨੂੰ ਇਹ ਹੁੰਦਾ ਵੀ ਕਿਤੇ ਕੋਈ ਝਗੜਾ ਨਾ ਹੋ ਜੇ, ਤੇ ਅਸੀਂ ਸਿਕਿਉਰਿਟੀ ਮੰਗਦੇ ਹਾਂ। ਉਹ ਪਹਿਲਾਂ ਮੰਗ ਲਿਆ ਬੈਂਕ ਨੇ, ਉਹ ਦਿੱਤੀ ਹੋਈ ਲੈਟਰ ਦਿੱਤੀ ਹੋਈ ਸੀ ਉਹਨਾਂ ਨੂੰ, ਤੇ ਫਿਰ ਵੀ ਮੈਂ ਦੁਬਾਰਾ ਆ ਕੇ ਦਿੱਤੀ ਲੈਟਰ। ਹਾਂਜੀ, ਜਵਾਬ ਉਹਨਾਂ ਦਾ ਆਇਆ ਸੀ ਕਿ ਉਹ ਜਨਮ ਅਸ਼ਟਮੀ ਦੇ ਕਾਰਨ ਕਰਕੇ ਜਿਹੜੀ ਮੌਕੇ ਦੇ ਉੱਤੇ ਅਸੀਂ ਨਹੀਂ ਪ੍ਰੋਵਾਈਡ ਕਰ ਸਕਦੇ, ਤੇ ਤੁਸੀਂ ਆਪਣਾ ਇਲੈਕਸ਼ਨ ਪ੍ਰੋਸੀਜਰ ਜਿਹੜਾ ਆਪਣੇ ਫੋਲੋ ਕਰੋ।
ਇਹਨਾਂ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਆਰਓ ਸਾਹਿਬ ਫੋਨ ਵੀ ਨਹੀਂ ਚੱਕ ਰਹੇ ਤੇ ਲਗਾਤਾਰ ਇਹੀ ਕਹਿ ਰਿਹਾ ਕਿ ਮੈਂ ਤਾਂ ਅੰਮ੍ਰਿਤਸਰ ਬੈਠਾ ਕਿ ਜਦੋਂ ਢਾਡ ਸਾਹਿਬ ਸਾਬਕਾ ਚੇਅਰਮੈਨ ਜਾਂ ਡਾਇਰੈਕਟਰ ਇੱਥੇ ਆਉਂਦੇ ਉਹਨਾਂ ਵੱਲੋਂ ਤੁਹਾਨੂੰ ਦੇਖਿਆ ਗਿਆ। ਮੈਂ ਸਵੇਰ ਦਾ ਕੋਈ ਵੀ ਫੋਨ ਜਿਹੜਾ ਤੁਸੀਂ ਵੇਖ ਸਕਦੇ ਹੋ ਕਿ ਮੇਰੇ ਮਿਸ ਕਾਲ ਨਹੀਂ ਹੈ ਕਿਸੇ ਕਿਸਮ ਦਾ ਵੀ। ਮੈਂ ਆਪਣੀ ਡਿਊਟੀ ਟਾਈਮ ਸਿਰ ਕਰਨਾ ਆ, ਟਾਈਮ ਸਿਰ ਮੈਂ ਲੋਕਲ ਜਿਹੜੀ ਅਥਾਰਟੀ ਹੈ ਜਿਹੜੀ ਜੇ ਉਹਨਾਂ ਨੂੰ ਐਸਐਸਪੀ ਸਾਹਿਬ ਨੂੰ ਜਦੋਂ ਮੀਡੀਆ ਵੀ ਇੱਥੇ ਪਹੁੰਚਿਆ ਤਾਂ ਬਾਹਰੋਂ ਜਿੰਦਾ ਲੱਗਾ ਹੋਇਆ ਸੀਗਾ, ਕਈ ਬੈਂਕ ਮੁਲਾਜ਼ਮਾਂ ਨੇ ਤੁਹਾਨੂੰ ਅੰਦਰ ਵਾੜ ਕੇ ਜਿੰਦਾ ਲਗਾਤਾ ਸੀ ਬਾਹਰੋਂ। ਹਾਂ ਮੈਨੂੰ ਪਤਾ ਹੀ ਨਹੀਂ ਲੱਗਾ, ਮੈਂ ਜਦੋਂ ਆਪਣੀ ਡਿਊਟੀ ਮੈਂ ਤਾਂ ਟਾਈਮ ਸਿਰ ਆਉਣਾ ਸੀ ਨਾ 9:30 ਦੀ ਜਗ੍ਹਾ ਮੈਂ ਅੱਧਾ ਘੰਟਾ ਪਹਿਲਾਂ 35-40 ਮਿੰਟ ਪਹਿਲਾਂ ਆਇਆ। ਉਸ ਤੋਂ ਬਾਅਦ ਇਹ ਆਏ ਤੇ ਉਹਨਾਂ ਨੇ ਬਾਹਰੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਜਿੰਦਾ ਲਗਾਤਾ ਤੇ ਤੁਹਾਨੂੰ ਬੰਦਕ ਬਣਾ ਜਿਹੜੇ ਨਾਮ ਬੰਦਕ ਨਹੀਂ ਕਹਿ ਸਕਦੇ, ਮੈਂ ਇਹ ਨਹੀਂ ਕਹਿੰਦਾ, ਉਹਨਾਂ ਦੀਆਂ ਆਪਣੀਆਂ ਮੰਗਾਂ ਉਹ ਜਿਸ ਤਰੀਕੇ ਦੇ ਨਾਲ ਵੀ ਆਪਣੇ ਹੱਕ ਦੀ ਆਵਾਜ਼ ਉਠਾਉਣ। ਕਿਸੇ ਨੂੰ ਮੁਲਾਜ਼ਮ ਨੂੰ ਕਮਰੇ ਦੇ ਵਿੱਚ ਬੰਦ ਕਰਨਾ ਤਾਂ ਕੋਈ ਹੱਲ ਨਹੀਂ ਨਾ ਕਿਸੇ ਮੰਗ ਦਾ। ਹਾਂ ਬਿਲਕੁਲ ਠੀਕ ਹੈ ਗੱਲ। ਤੁਸੀਂ ਤੁਹਾਡੇ ਵੱਲੋਂ ਮੰਗ ਵੀ ਕੀਤੀ ਗਈ ਐਸਐਸਪੀ ਸਾਹਿਬ ਨੂੰ, ਤੁਸੀਂ ਪਹਿਲਾਂ ਉਹਨਾਂ ਦਾ ਦੱਸ ਰਹੇ ਸੀ ਇਹ ਗੱਲਬਾਤ ਦੌਰਾਨ ਕਿ ਮੇਰੇ ਵੱਲੋਂ ਮੰਗ ਕੀਤੀ ਗਈ ਹੈ ਕਿ ਇਹਨਾਂ ਤੇ ਪਰਚਾ ਦਰਜ ਕੀਤਾ ਹੋਵੇ। ਨਹੀਂ ਮੈਂ ਇਹ ਨਹੀਂ ਕਿਹਾ ਕਿ ਪਰਚਾ ਦਰਜ ਕੀਤਾ, ਨਹੀਂ ਬਿਲਕੁਲ ਨਹੀਂ, ਪਰਚਾ ਦਰਜ ਕਰਨ ਵਾਲੀ ਕੋਈ ਗੱਲ ਨਹੀਂ ਹੋਈ। ਸਿਰਫ ਮੈਂ ਆਪਣੀ ਜਿਹੜੀ ਸਿਲੈਕਸ਼ਨ ਪ੍ਰੋਸੀਜਰ ਨੂੰ ਸਹੀ ਤਰੀਕੇ ਨਾਲ ਫੋਲੋ ਕਰਨ ਵਾਸਤੇ ਉਹਨਾਂ ਕੋਲੋਂ ਸਿਕਿਉਰਿਟੀ ਮੰਗੀ ਸੀ। ਤੇ ਜਿਹੜੀ ਸਰ ਇਲੈਕਸ਼ਨ ਪ੍ਰੋਸੀਜਰ ਜਿਹੜਾ ਸਹੀ ਤਰੀਕੇ ਨਾਲ ਫੋਲੋ ਨਹੀਂ ਹੋਇਆ, 3 ਘੰਟੇ ਲੇਟ ਹੋਇਆ, ਇਹਦਾ ਜ਼ਿੰਮੇਦਾਰ ਕੌਣ ਹੈ? ਇਹਦਾ ਜ਼ਿੰਮੇਦਾਰ ਤੇ ਫਿਰ ਇਹ ਦੇਖੋ, ਇਹ ਬਹੁਤਾ ਪਤਾ ਲੱਗਿਆ ਕਿ ਹੁਣ ਬੈਂਕ ਦੇ ਹੀ ਕਰਮਚਾਰੀ ਆਏ, ਦੇਖੋ ਇਸੇ ਬੈਂਕ ਦੇ ਕਰਮਚਾਰੀ ਹੈ, ਠੀਕ ਹੈ। ਇਹਦੇ ਲਈ ਮੈਂ ਕੋਈ ਸਟੇਟਮੈਂਟ ਨਹੀਂ ਦੇ ਸਕਦਾ ਕਿਸੇ ਤਰ੍ਹਾਂ ਦੀ। ਨਹੀਂ ਐਜ਼ ਐਰੋ ਮੇਰੀ ਡਿਊਟੀ ਸਿਰਫ ਇਲੈਕਸ਼ਨ ਕਰਾਉਣ ਦੇ ਇੱਥੇ ਆ, ਮੈਂ ਸਿਰਫ ਉਹਦੇ ਬਾਰੇ ਗੱਲ ਕਰ ਸਕਦਾ। ਜਿਹੜਾ ਕੋਈ ਵਿਘਨ ਪਾਊਗਾ ਉਹ ਤੇ ਕਾਰਵਾਈ ਕਰਵਾਉਣਾ ਵੀ ਤਾਂ ਤੁਹਾਡੀ ਡਿਊਟੀ ਹੈ। ਉਹ ਸਰਕਾਰ ਜਿਹੜੀ ਹੈ ਜਾਂ ਵਿਭਾਗ ਆਪਣੇ ਆਪ ਦੇਖੇ, ਤੁਹਾਡੇ ਵੱਲੋਂ ਲਿਖਿਆ ਜਾਊਗਾ। ਠੀਕ ਹੈ, ਮੈਂ ਦੇਖੂੰਗਾ ਬਿਲਕੁਲ, ਜਿੰਨਾ ਲੇਟ ਹੋਇਆ ਮੈਂ ਉਹਦੀ ਰਿਪੋਰਟ ਕਰੂੰਗਾ। ਕੈਮਰਾਮੈਨ ਜਤਿੰਦਰ ਪ੍ਰਿੰਸ ਦੇ ਨਾਲ ਸਮੀਰ ਸੈਣੀ ਦੀ ਰਿਪੋਰਟ। We are a multicultural network community. We groom competent global citizens to effect positive change around them.